ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੰਗਤ ਜੀ, ਅੱਜ ਬੜੀਆਂ ਖੁਸ਼ੀਆਂ ਵਾਲਾ ਦਿਨ ਹੈ, ਬਹੁਤ ਖੁਸ਼ੀ ਵਾਲਾ ਦਿਹਾੜਾ ਹੈ। ਅੱਜ ਦੇ ਦਿਨ ਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਵਿਖੇ ਆਗਮਨ ਧਾਰਨ ਕੀਤਾ ਜੀ। ਸਤਿਗੁਰੂ ਜੀ ਦੇ ਮਹਾਨ ਪਵਿੱਤਰ ਆਗਮਨ ਗੁਰਪੁਰਬ ਦੀ ਆਪ ਸਮੂਹ ਸੰਗਤ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ। ਬਹੁਤ ਬਹੁਤ ਵਧਾਈ ਹੋਵੇ। ਗੁਰੂ ਸਾਹਿਬ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਨ ਹਿੱਤ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਆਏ। ਬੜੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ ਜੀ। ਦਸਵੇਂ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੰਦੇ ਆ। ਮਹਾਰਾਜ ਕਹਿੰਦੇ, ਸਿੱਖੋ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਸਿਮਰਨ ਕਰਿਆ ਕਰੋ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਯਾਦ ਕਰਿਆ ਕਰੋ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਚੇਤੇ ਕਰਿਆ ਕਰੋ ਜੀ। ਆਪ ਜੀ ਪੰਕਤੀਆਂ ਸਰਵਣ ਕਰਦੇ ਹੋ। ਹਰ ਰੋਜ਼ ਬੇਅੰਤ ਸਥਾਨਾਂ 'ਤੇ ਇਹ ਪੰਕਤੀਆਂ ਪੜ੍ਹੀਆਂ ਸੁਣੀਆਂ ਜਾਂਦੀਆਂ ਨੇ ਜੀ। ਇੱਕ ਵਾਰੀ ਆਪਾਂ ਵੀ ਸਾਰੇ ਪਿਆਰ ਨਾਲ ਪੜ੍ਹ ਦਈਏ। ਥੋੜ੍ਹਾ ਜਿਹਾ ਗੁਰੂ ਸਾਹਿਬ ਜੀ ਦਾ ਇਤਿਹਾਸ ਵਿਚਾਰ ਕੇ ਫਿਰ ਖਿਮਾ ਮੰਗਾਂਗੇ। ਪਿਆਰ ਨਾਲ ਗੱਜ ਕੇ ਕਹੋ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਗੱਜ ਕੇ ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਹਜ਼ੂਰ ਮਹਾਰਾਜ ਗਰੀਬ ਨਵਾਜ ਜੀ ਦੇ ਬੇਅੰਤ ਕੌਤਕ ਹਨ, ਬੇਅੰਤ ਕੌਤਕ ਹਨ।
ਮਾਈ ਰੋਜ਼ ਮਹਾਰਾਜ ਦੇ ਦਰਸ਼ਨ ਕਰਿਆ ਕਰੇ ਜੀ। ਦਰਸ਼ਨ ਕਰ ਕਰਕੇ ਸ਼ਾਂਤੀ ਮਿਲੇ। ਮਾਈ ਦੇ ਮਨ ਵਿੱਚ ਫੁਰਨਾ ਪੈਦਾ ਹੋਇਆ, ਜੇ ਕਿਤੇ ਮੇਰਾ ਵੀ ਇਹੋ ਜਿਹਾ ਪੁੱਤ ਹੁੰਦਾ ਤੇ ਮੈਂ ਉਹਨੂੰ ਪ੍ਰਸ਼ਾਦਾ ਛਕਾਉਂਦੀ ਜੀ। ਨਾ ਉਹਦਾ ਪੁੱਤ ਸੀ, ਨਾ ਉਹਦਾ ਕੋਈ ਘਰ ਵਾਲਾ, ਪਤੀ ਸੀਗਾ, ਚਾਲਾ ਮਾਰ ਗਿਆ ਸੀਗਾ ਪਤੀ ਉਹਦਾ। ਮਾਈ ਬਹੁਤ ਗਰੀਬ ਹੈ ਜੀ। ਫਿਰ ਮਨ 'ਚ ਸੋਚਿਆ ਵੀ ਪੁੱਤ ਕਿਉਂ, ਮੈਂ ਗੁਰੂ ਸਾਹਿਬ ਨੂੰ ਹੀ ਪ੍ਰਸ਼ਾਦਾ ਛਕਾਵਾਂ ਜੀ। ਪਿਆਰਿਓ 2-3 ਦਿਨ ਮਾਤਾ ਭੁੱਖੀ ਰਹੀ ਜੀ। ਕਿਸੇ ਦੇ ਘਰ ਵਿੱਚ ਕੰਮਕਾਰ ਕੀਤਾ, ਗਰੀਬ ਬਹੁਤ ਜ਼ਿਆਦਾ ਸੀਗੇ, ਤੇ 2-4 ਪ੍ਰਸ਼ਾਦੇ ਜੋਗਾ ਆਟਾ ਮਿਲਿਆ ਜੀ ਉਹਨੂੰ ਜੀ। ਮਾਤਾ ਭੁੱਖੀ ਰਹੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਰੱਬ ਦਾ ਸ਼ੁਕਰ ਕਰਦੀ ਕਰਦੀ ਨੇ ਪ੍ਰਸ਼ਾਦਾ ਤੇ ਤਿਆਰ ਕੀਤਾ, ਸਬਜ਼ੀ ਨਹੀਂ ਸੀ ਬਣਾ ਸਕੀ ਜੀ। ਉਹ ਪ੍ਰਸ਼ਾਦੇ ਪੌਣੇ ਵਿੱਚ ਕਵਰ ਕਰਕੇ ਲਪੇਟ ਕੇ ਮਾਤਾ ਉਸ ਰਸਤੇ ਵਿੱਚ ਖਲੋ ਗਈ, ਜਿਸ ਰਸਤੇ ਵਿੱਚੋਂ ਰੋਜ਼ ਹੀ ਗੁਰੂ ਹਰਗੋਬਿੰਦ ਸਾਹਿਬ ਵਾਹਿਗੁਰੂ ਗੁਰੂ ਹਰਿਰਾਏ ਸਾਹਿਬ ਲੰਘਦੇ ਹੁੰਦੇ ਸੀਗੇ ਜੀ। ਮਹਾਰਾਜ ਆ ਰਹੇ ਹੈ, 2200 ਘੋੜ ਸਵਾਰ ਨਾਲ ਹੈ। ਮਹਾਰਾਜ ਅੱਗੇ ਲੰਘ ਗਏ ਜੀ। ਮਾਤਾ ਰੋਣ ਲੱਗ ਪਈ, ਰੱਬਾ ਕਿਸੇ ਨੂੰ ਗਰੀਬੀ ਨਾ ਦਈ। ਕਿਉਂ? ਗਰੀਬੀ ਦੇ ਵਿੱਚ ਬਹੁਤ ਸਾਰੇ ਬੰਦੇ ਦੇ ਅਰਮਾਨ ਵਿੱਚ ਹੀ ਰਹਿ ਜਾਂਦੇ, ਪੂਰੇ ਨਹੀਂ ਹੁੰਦੇ ਜੀ। ਮੈਂ ਗਰੀਬ ਹਾਂ, ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਦਾ ਫੁਰਨਾ ਬਣਿਆ, ਪਰ ਸਮਰੱਥਾ ਨਹੀਂ ਹੈਗੀ, ਛਕਾ ਨਹੀਂ ਸਕਦੀ। ਤੇ ਫਿਰ ਤੁਸੀਂ ਸੁਣਿਆ, ਇਤਿਹਾਸ ਬਹੁਤ ਵਾਰ ਸੁਣਿਆ, ਮਾਈ ਜਦੋਂ ਇਸ ਤਰੀਕੇ ਨਾਲ ਰੋ ਰੋ ਅਰਦਾਸਾਂ ਕਰਦੀ ਹੈ ਨਾ, ਗੁਰੂ ਹਰਿਰਾਏ ਸਾਹਿਬ ਘੋੜੇ ਤੇ ਜਾ ਰਹੇ ਸਨ, ਮਹਾਰਾਜ ਨੇ ਘੋੜਾ ਮੋੜ ਕੇ ਮਾਤਾ ਦੇ ਕੋਲ ਆ ਗਏ ਜੀ। ਕਵਿਰਾਜ ਲਿਖਦੇ ਆ, ਫੇਰ ਤੁਰੰਗ ਨਿਕਟ ਤਿਸ ਗਮਨੇ, अंतरजामी कियो उचार, हमको छुदा लगी देहो माई। महाराज कहन लगे, माता सानू भुख लगी है, ਤਿਆਰ ਆਹਾਰ ਜੇ ਤੈਂ ਕਰ ਧਾਰ, ਤੇਰੇ ਹੱਥ ਵਿੱਚ ਜੋ ਵੀ ਤਿਆਰ ਹੈ ਉਹ ਸਾਨੂੰ ਦੇ ਦੇ। ਮੰਗ ਕੇ ਛਕਿਆ ਮਹਾਰਾਜ ਨੇ। ਮਾਤਾ ਨੇ ਸ਼ੁਕਰ ਕਰਦੀ ਨੇ ਪੌਣੇ ਚੋਂ ਪ੍ਰਸ਼ਾਦੇ ਕੱਢੇ, ਘੋੜੇ ਦੇ ਉੱਤੇ ਬੈਠੇ ਆ, ਚਮੜੇ ਦੀ ਲਗਾਮ ਹੱਥ 'ਚ ਫੜੀ ਹੈ, ਚਰਨਾਂ 'ਚ ਜੋੜਾ ਪਾਇਆ। ਮਹਾਰਾਜ ਉਵੇਂ ਹੀ ਗੱਫਾ ਪ੍ਰਸ਼ਾਦਾ ਛਕ ਗਏ ਜੀ। ਜਦੋਂ ਮਹਾਰਾਜ ਉਵੇਂ ਹੀ ਪ੍ਰਸ਼ਾਦਾ ਛਕ ਗਏ ਨਾ, ਤੇ ਸਿੱਖਾਂ ਨੇ ਮਨ ਵਿੱਚ ਫੁਰਨਾ ਬਣਾਇਆ ਵੀ ਗੁਰੂ ਹਰਿਰਾਏ ਸਾਹਿਬ ਜੀ ਜਵਾਨ ਉਮਰ ਹੈ ਮਹਾਰਾਜ ਦੀ, ਜਵਾਨੀ ਵਿੱਚ ਭੁੱਖ ਬੜੀ ਲੱਗਦੀ ਹੈ, ਉੱਤੋਂ ਘੋੜ ਸਵਾਰੀ ਕਰਦੇ ਆ। ਜਦੋਂ ਮਹਾਰਾਜ ਇੱਥੇ ਕੁ ਆਉਂਦੇ ਆ ਤੇ ਮਹਾਰਾਜ ਨੂੰ ਭੁੱਖ ਲੱਗ ਜਾਂਦੀ ਹੈ। ਤੇ ਬਸ ਅਗਲੇ ਦਿਨ ਫਿਰ ਫੁਰਨਾ ਬਣਾਇਆ। ਮਨ 'ਚ ਪਹਿਲਾਂ ਸਿੱਖਾਂ ਸੋਚਿਆ ਵੀ ਸਾਡੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ, ਉਹਨਾਂ ਨੂੰ ਇੱਕ ਗਰੀਬ ਜੀ ਮਾਈ ਕੋਲੋਂ ਮੰਗ ਕੇ ਛਕਣਾ ਪਿਆ, ਤੇ ਸਾਡੇ ਹੁਣ ਦਾ ਕੀ ਫਾਇਦਾ ਹੈਗਾ। ਅਗਲੇ ਦਿਨ ਖੀਰ ਕੜਾਹ ਪੂੜੀਆਂ ਬਣਾ ਕੇ ਤੁਰ ਪਏ ਜੀ ਸਾਰੇ ਜੀ। ਜਦੋਂ ਤੁਰੇ, ਜਿੱਥੇ ਕੋ ਮਹਾਰਾਜ ਨੇ ਮਾਈ ਕੋਲੋਂ ਪ੍ਰਸ਼ਾਦਾ ਮੰਗਿਆ ਨਾ, ਮਹਾਰਾਜ ਦਾ ਘੋੜਾ ਘੇਰ ਲਿਆ ਜੀ। ਕਹਿੰਦੇ ਮਹਾਰਾਜ ਹੱਥ ਸੁੱਚੇ ਕਰ ਲਓ। ਮਹਾਰਾਜ ਕਹਿੰਦੇ ਕੀ ਗੱਲ? ਮਹਾਰਾਜ ਪ੍ਰਸ਼ਾਦਾ ਛਕ ਲਓ। ਗੁਰੂ ਹਰਿਰਾਏ ਸਾਹਿਬ ਘੋੜੇ ਤੇ ਬੈਠਿਆਂ ਹੀ ਬੋਲੇ, ਸੁਣ ਸਤਿਗੁਰੂ ਹਰ ਖਾਏ ਬਖਾਨਿਓ। ਖੁਸ਼ ਹੋ ਕੇ ਕਹਿਣ ਲੱਗੇ, ਬੇਮਰਜਾਦ ਆਹਾਰ ਤਿਆਰ, ਚਲੇ ਜਾਤ ਹਮ ਘੋੜੇ ਊਪਰ, ਕੌਣ ਸਮੋ ਤੁਮ ਕਰਿਓ ਵਿਚਾਰ। ਮਹਾਰਾਜ ਕਹਿੰਦੇ ਉਹ ਸਿੱਖੋ, ਸਮੇਂ ਦੀ ਵੀ ਵਿਚਾਰ ਕਰਿਆ ਕਰੋ। ਬੇਮਰਜ਼ਾਦਾ ਭੋਜਨ ਛਕਾਉਣ ਲੱਗੇ ਤੇ ਇਹ ਸਮਾਂ ਹੈ ਭੋਜਨ ਦਾ। ਅਸੀਂ ਘੋੜੇ ਤੇ ਜਾ ਰਹੇ ਹਾਂ, ਚਰਨਾਂ 'ਚ ਜੋੜਾ ਪਾਇਆ, ਚਮੜੇ ਦੀ ਲਗਾਮ ਹੱਥ 'ਚ ਫੜੀ ਹੈ, ਤੁਸੀਂ ਕਹਿੰਦੇ ਹੋ ਪ੍ਰਸ਼ਾਦਾ ਛਕ ਲਓ। ਸਿੱਖ ਉਦੋਂ ਤੇ ਨਾ ਬੋਲੇ ਜੀ, ਪਰ ਮਨ 'ਚ ਸ਼ੰਕਾ, ਸਾਡਾ ਮਰਿਆਦਾ ਨਾਲ ਤਿਆਰ ਕੀਤਾ ਹੋਇਆ ਭੋਜਨ ਬੇਮਰਜ਼ਾਦਾ ਕਹਿਤਾ, ਮਾਈ ਕੋਲੋਂ ਮੰਗ ਕੇ ਛਕ ਗਏ। ਉਹਦਾ ਕਿਹੜਾ ਮਰਿਆਦਾ ਵਾਲਾ ਸੀ। 2 ਕੁ ਦਿਨ ਬਾਅਦ ਮਹਾਰਾਜ ਬੜੇ ਖੁਸ਼ ਬੈਠੇ ਹੋਏ ਸੀ। ਅਸਲ ਵਿੱਚ ਨਾ ਰੱਬ ਦੇ ਪਿਆਰੇ ਮਹਾਂਪੁਰਖਾਂ ਨਾਲ ਗੱਲ ਕਰਨ ਦਾ ਵੀ ਕੋਈ ਸਮਾਂ ਹੁੰਦਾ ਹੈ ਜੀ। ਉਹ ਆਪਣੇ ਰੰਗ 'ਚ ਬੈਠੇ ਹੋਣ, ਅਸੀਂ ਆਪਣੀ ਗੱਲ ਜਾ ਕੇ ਛੇੜਦੀ, ਉਹਦਾ ਲਾਭ ਨਹੀਂ ਹੁੰਦਾ ਜੀ। ਮਹਾਰਾਜ ਬੜੇ ਖੁਸ਼ ਬੈਠੇ ਜੀ। ਸਿੱਖ ਕਹਿੰਦੇ ਮਹਾਰਾਜ ਇੱਕ ਬੇਨਤੀ ਕਰਨੀ ਹੈ। ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਸਾਨੂੰ ਪਤਾ ਤੁਸੀਂ ਕੀ ਬੇਨਤੀ ਕਰਨੀ ਹੈ, ਫਿਰ ਵੀ ਕਰ ਲਓ।
ਕਹਿੰਦੇ ਮਹਾਰਾਜ ਅਸੀਂ ਮਰਿਆਦਾ ਨਾਲ ਭੋਜਨ ਤਿਆਰ ਕੀਤਾ। ਆਪ ਜੀ ਨੇ ਕਿਹਾ ਬੇਮਰਿਆਦਾ। ਮਹਾਰਾਜ ਮਾਤਾ ਨੇ ਕਿਹੜਾ ਮਰਿਆਦਾ ਨਾਲ ਤਿਆਰ ਕੀਤਾ ਸੀ। ਗੁਰੂ ਸਾਹਿਬ ਕਹਿੰਦੇ ਸਿੱਖੋ, ਸਾਡੇ ਇਕੱਲੇ ਤਨ ਨੂੰ ਨਹੀਂ ਭੁੱਖ ਲੱਗਦੀ, ਸਾਡੇ ਮਨ ਨੂੰ ਵੀ ਭੁੱਖ ਲੱਗਦੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿੰਨੇ ਤੁਸੀਂ ਬੈਠੇ ਹੋ ਧਿਆਨ ਨਾਲ ਸੁਣਿਓ, ਅੱਜ ਗੁਰੂ ਸਾਹਿਬ ਦਾ ਗੁਰਪੁਰਬ ਹੈ। ਸਾਡੇ ਮਨ ਨੂੰ ਵੀ ਭੁੱਖ ਲੱਗਦੀ ਹੈ। ਮਹਾਰਾਜ ਆਪ ਜੀ ਦੇ ਮਨ ਨੂੰ ਕੀ ਭੁੱਖ ਲੱਗਦੀ ਹੈ? ਮਹਾਰਾਜ ਕਹਿਣ ਲੱਗੇ ਸਾਡੇ ਮਨ ਨੂੰ ਪ੍ਰੇਮ ਦੀ ਭੁੱਖ ਲੱਗਦੀ ਹੈ। ਭਾਈ ਗੁਰਦਾਸ ਜੀ ਲਿਖਦੇ ਨਾ, ਗੋਬਿੰਦ ਭਾਓ ਭਗਤ ਦਾ ਭੁੱਖਾ। ਰੱਬ ਨੂੰ ਕੁਝ ਚਾਹੀਦਾ ਤੇ ਰੱਬ ਨੂੰ ਪਿਆਰ ਚਾਹੀਦਾ। ਜਿਹੜਾ ਪਿਆਰ ਕਰ ਲੇ ਉਹਨੂੰ ਪਾ ਲੈਂਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਗਰੀਬ ਨਵਾਜ ਕਹਿੰਦੇ ਸੁਣੋ, ਜਿੱਥੇ ਪਿਆਰ ਹੋਵੇ ਨਾ ਉੱਥੇ ਨੇਮ ਨਹੀਂ ਵੇਖਿਆ ਜਾਂਦਾ। ਕਵੀ ਸੁੰਦਰ ਹੋਇਆ ਇੱਕ, ਉਹ ਕਹਿੰਦਾ ਪ੍ਰੇਮ ਜਹਾਂ ਨੇਮ ਕੈਸੋ, ਸੁੰਦਰ ਕਹਿਤ ਯਹ ਤੋ ਪ੍ਰੇਮ ਹੀ ਕੀ ਬਾਤ ਹੈ। ਇੱਥੇ ਤਾਂ ਪਿਆਰ ਦੀ ਗੱਲ ਹੈ। ਜਿਹਦੇ ਵਿੱਚ ਪਿਆਰ ਹੈ, ਮਹਾਰਾਜ ਉਹਨਾਂ ਨੂੰ ਭਾਗ ਲਾਉਂਦੇ, ਉਹਨਾਂ ਤੇ ਬਖਸ਼ਿਸ਼ਾਂ ਕਰਦੇ, ਉਹਨਾਂ ਤੇ ਰਹਿਮਤਾਂ ਕਰਦੇ ਆ ਜੀ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣੋ, ਮਾਤਾ ਦੇ ਮਨ 'ਚ ਸਾਡੇ ਪ੍ਰਥਾਏ ਪ੍ਰੇਮ ਹੈ। ਮਹਾਰਾਜ ਕਹਿਣ ਲੱਗੇ, ਹੁਣ ਧਿਆਨ ਨਾਲ ਸੁਣਿਓ ਸੰਗਤ ਜੀ। ਭੁੱਖ ਕਿਸੇ ਨੂੰ ਲੱਗੀ ਜੀ, ਪ੍ਰਸ਼ਾਦਾ ਕਿਸੇ ਨੇ ਛਕਿਆ ਤੇ ਰੱਜ ਕੋਈ ਗਿਆ ਜੀ। ਫਿਰ ਸੁਣਿਓ ਧਿਆਨ ਨਾਲ। ਭੁੱਖ ਕਿਸੇ ਨੂੰ ਲੱਗੀ ਜੀ, ਪ੍ਰਸ਼ਾਦਾ ਕਿਸੇ ਨੇ ਛਕਿਆ ਤੇ ਰੱਜ ਕੋਈ ਹੋਰ ਗਿਆ ਜੀ। ਭੁੱਖ ਕਿਹਨੂੰ ਲੱਗੀ ਹੈ? ਭੁੱਖ ਤੇ ਲੱਗੀ ਸੀ ਮਾਤਾ ਨੂੰ ਜੀ। 2 ਦਿਨ ਦੀ ਭੁੱਖੀ ਸੀ ਉਹ। ਪ੍ਰਸ਼ਾਦਾ ਛਕਿਆ ਗੁਰੂ ਹਰਿ ਸਾਹਿਬ ਨੇ ਤੇ ਰੱਜ ਮਾਤਾ ਗਈ ਜੀ। ਪਿਆਰ ਦੀ ਖੇਡ ਦੀ। ਮਹਾਰਾਜ ਨੇ ਬੜੇ ਕੌਤਕ ਕੀਤੇ, ਬੜਿਆਂ ਨੂੰ ਤਾਰਿਆ। ਤੁਸੀਂ ਬੜੀ ਵਾਰੀ ਇਤਿਹਾਸ ਸੁਣਿਆ ਮਹਾਰਾਜ ਦਾ। ਗੁਰਪੁਰਬ ਵਾਲੇ ਦਿਨ ਅਸੀਂ ਤਾਂ ਦੁਹਰਾਉਂਦੇ ਹਾਂ ਤਾਂ ਕਿ ਉਹ ਮਹਾਰਾਜ ਦੇ ਪਰਉਪਕਾਰ ਚੇਤੇ ਆ ਜਾਣ ਜੀ। ਮਹਾਰਾਜ ਮਾਲਵੇ ਦੀ ਧਰਤੀ ਤੇ ਬੈਠੇ ਆ ਤੇ ਸੰਦਲੀ ਤੇ ਫੂਲ ਦਾ ਚਾਚਾ ਭਾਈ ਕਾਲਾ ਦੋਵਾਂ ਬੱਚਿਆਂ ਨੂੰ ਲੈ ਕੇ ਆਇਆ। ਮਾਂ ਪਿਓ ਨਹੀਂ ਸੀ ਹੈਗਾ ਉਹਨਾਂ ਦਾ ਜੀ। ਮਹਾਰਾਜ ਦੀ ਹਜ਼ੂਰੀ 'ਚ ਆਏ, ਢਿੱਡ ਖੜਕਾਉਣ ਲੱਗ ਪਏ ਜੀ। ਗੁਰੂ ਹਰਿ ਸਾਹਿਬ ਕਹਿੰਦੇ ਬੱਚੇ ਕੌਣ ਨੇ? ਭਾਈ ਕਾਲਾ ਕਹਿੰਦਾ ਮਹਾਰਾਜ ਇਹ ਬੱਚੇ ਅਨਾਥ ਨੇ, ਮਾਂ ਪਿਓ ਨਹੀਂ ਹੈਗਾ ਇਹਨਾਂ ਦਾ। ਤੇ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਭਾਈ ਕਾਲੇ ਇਹਨਾਂ ਨੂੰ ਅਨਾਥ ਨਹੀਂ ਕਹਿਣਾ। ਜਿਹੜਾ ਸਾਡੀ ਹਾਜ਼ਰੀ 'ਚ ਆ ਜਾਏ, ਅਸੀਂ ਉਹਦੀ ਮਾਂ ਹੈ ਤੇ ਅਸੀਂ ਉਹਦੇ ਬਾਪ ਆ ਕਹਿਣ ਲੱਗੇ। ਢਿੱਡ ਕਿਉਂ ਖੜਕਾਉਂਦੇ ਆ? ਕਹਿੰਦੇ ਮਹਾਰਾਜ ਭੁੱਖੇ ਆ। ਮਹਾਰਾਜ ਕਹਿੰਦੇ ਭੁੱਖੇ ਆ? ਕਹਿੰਦੇ ਆ ਜਿਹੜਾ ਛੋਟਾ ਹੈ ਨਾ ਇਹ ਤੇ ਬਣੇਗਾ, ਮਹਾਰਾਜ ਕਹਿਣ ਲੱਗੇ ਮਹਾਰਾਜਾ। ਜਿਹੜਾ ਵੱਡਾ ਚੌਧਰੀ ਬਣੇਗਾ ਜੀ। ਅੱਜ ਵੀ ਪਟਿਆਲੇ ਵਾਲਿਆਂ ਦਾ ਰਾਜ ਹੈ ਜੀ। ਅੱਜ ਪੰਜਾਬ ਦੇ ਵਿੱਚ ਪਟਿਆਲੇ ਵਾਲਿਆਂ ਦਾ ਰਾਜ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦਾ ਜੀ। ਮੈਨੂੰ ਕਿਸੇ ਪਾਰਟੀ ਨਾਲ ਨਾ ਜੋੜਿਓ, ਪਰ ਇਹ ਉਸੇ ਦੀ ਖਾਨਦਾਨ ਵਿੱਚੋਂ ਹੈਗਾ ਜੀ ਜਿਹਦੇ ਵੱਡਿਆਂ ਨੇ, ਬਜ਼ੁਰਗਾਂ ਨੇ, ਸਤਿਗੁਰਾਂ ਦੇ ਅੱਗੇ ਢਿੱਡ ਖੜਕਾ ਕੇ ਇਹ ਦੱਸਿਆ ਸੀ ਮਹਾਰਾਜ ਅਸੀਂ ਭੁੱਖੇ ਹੈਗੇ ਹਾਂ ਜੀ। ਮਹਾਰਾਜ ਕਹਿੰਦੇ ਛੋਟਾ ਬਣੇਗਾ ਮਹਾਰਾਜਾ। ਉਹ ਫਿਰ ਪਟਿਆਲੇ ਦੇ ਮਹਾਰਾਜੇ ਬਣੇ ਜੀ। ਉੱਥੋਂ ਪਟਿਆਲੇ ਦੇ ਮਹਾਰਾਜਿਆਂ ਦਾ ਅੰਸ਼ ਤੁਰਿਆ ਜੀ। ਵੱਡਾ ਚੌਧਰੀ ਬਣੇਗਾ। ਨਾਭੇ ਦੇ ਚੌਧਰੀ ਅੱਜ ਵੀ ਮਸ਼ਹੂਰ ਨੇ। ਸੋ ਗੁਰੂ ਸਾਹਿਬ ਜੀ ਦੇ ਬੜੇ ਕਮਾਲ ਦੇ ਬਚਨ ਨੇ, ਬੜੇ ਸਿੱਖਿਆਦਾਇਕ ਬਚਨ ਨੇ। ਇੱਕ ਪ੍ਰਸੰਗ ਆਪ ਜੀ ਬੜੇ ਧਿਆਨ ਨਾਲ ਸੁਣਿਓ। ਇਹ ਸਾਡੇ ਸਾਰਿਆਂ ਵਾਸਤੇ ਹੈ। ਜਿਹੜੀ ਕਥਾ ਤੁਸੀਂ ਸੁਣਨ ਲੱਗੇ ਹੋ, ਹਰ ਕੋਈ ਬੰਦਾ ਇਸ ਕਥਾ ਨੂੰ ਕਮਾ ਸਕਦਾ ਹੈ ਜੀ। ਹਰ ਕੋਈ ਮਨੁੱਖ ਜੀ। ਕਿਵੇਂ? ਧਿਆਨ ਨਾਲ ਸੁਣਿਓ। ਗੁਰੂ ਹਰਿ ਸਾਹਿਬ ਮਹਾਰਾਜ ਆਰਾਮ ਕਰ ਰਹੇ ਜੀ। ਸਿੱਖ ਸੰਗਤਾਂ ਬਾਹਰੋਂ ਆਈਆਂ, ਦੂਰੋਂ ਆਈਆਂ। ਮਹਾਰਾਜ ਦੇ ਦਰਸ਼ਨ ਤੋਂ ਬਗੈਰ ਉਹਨਾਂ ਪ੍ਰਸ਼ਾਦਾ ਨਹੀਂ ਸੀ ਛਕਣਾ।
ਸਿੱਖ ਕਹਿੰਦਾ ਵੀ ਅਜੇ ਕੁਝ ਸਮਾਂ ਖਲੋ ਜਾਓ, ਮਹਾਰਾਜ ਆਰਾਮ ਕਰ ਰਹੇ ਹੈ। ਜਦੋਂ ਸਿੱਖ ਨੇ ਆਖਿਆ ਨਾ ਕੁਝ ਸਮਾਂ ਖਲੋ ਜਾਓ, ਮਹਾਰਾਜ ਆਰਾਮ ਕਰ ਰਹੇ ਹੈ, ਤੇ ਗੁਰਸਿੱਖਾਂ ਨੇ ਸ਼ਬਦ ਸ਼ੁਰੂ ਕੀਤਾ ਜੀ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ। ਇਹਦਾ ਭਾਵ ਵੀ ਗੁਰੂ ਤੇ ਸਦਾ ਹੀ ਜਾਗਦਾ। ਮਹਾਰਾਜ ਦੇ ਕੰਨਾਂ 'ਚ ਆਵਾਜ਼ ਪਈ ਜੀ, ਸਿੱਖ ਬਾਹਰ ਖਲੋਤੇ ਹੇਠਾਂ ਬੈਠੇ ਬਾਣੀ ਪੜ੍ਹ ਰਹੇ ਆ। ਗੁਰੂ ਸਾਹਿਬ ਸੋਚਦੇ ਵੀ ਮੈਂ ਪਲੰਘੇ ਦੇ ਉੱਤੇ ਲੰਮੇ ਪਿਆ, ਬਾਣੀ ਪੜ੍ਹਨ ਵਾਲੇ ਥੱਲੇ ਬੈਠੇ ਆ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਉਸੇ ਵੇਲੇ ਹੀ ਉੱਠੇ, ਜਦੋਂ ਬਹੁਤ ਤੇਜ਼ੀ ਨਾਲ ਉੱਠੇ ਨਾ ਜੀ ਗੁਰੂ ਹਰਿਰਾਏ ਸਾਹਿਬ, ਤੇ ਮਹਾਰਾਜ ਦਾ ਗੋਡਾ ਪਾਵੇ ਨੂੰ ਵੱਜਾ ਜੀ। ਤੇ ਸੰਗਤ ਜੀ ਗੋਡੇ ਤੇ ਸੱਟ ਲੱਗ ਗਈ ਤੇ ਸੱਟ ਵਿੱਚੋਂ ਖੂਨ ਵਗਣ ਲੱਗ ਪਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸੱਟ ਵਿੱਚੋਂ ਕੀ ਵਗਣ ਲੱਗ ਪਿਆ? ਖੂਨ ਵਗਣ ਲੱਗ ਪਿਆ ਜੀ। ਹੁਣ ਉਹ ਜਦੋਂ ਸਿੱਖਾਂ ਵੇਖਿਆ ਵੀ ਮਹਾਰਾਜ ਨੂੰ ਸੱਟ ਲੱਗ ਗਈ ਹੈ, ਸੱਟ ਵਿੱਚੋਂ ਖੂਨ ਵਗ ਰਿਹਾ ਹੈ, ਸਿੱਖਾਂ ਦੇ ਮਨ 'ਚ ਸ਼ੰਕਾ ਪੈਦਾ ਹੋਇਆ ਜੀ। ਉਹਨਾਂ ਦਾ ਸ਼ੰਕਾ ਮਹਾਰਾਜ ਨੇ ਹੱਲ ਕਰਨਾ ਜੀ। ਤੇ ਸੰਗਤ ਜੀ ਇਹ ਜਿਹੜੀ ਕਥਾ ਤੁਸੀਂ ਸੁਣਨ ਲੱਗੇ ਹੋ, ਇਹ ਬਹੁਤ ਕਮਾਈ ਕਰਨ ਵਾਲੇ ਬਚਨ ਨੇ, ਹਰ ਕੋਈ ਕਮਾ ਸਕਦਾ ਜੀ ਇਹਨਾਂ ਨੂੰ ਜੀ। ਕਥਾ ਵਿੱਚ ਸੁਰਤੀਆਂ ਜੋੜੋ, ਆਖੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਮਹਾਰਾਜ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪਾਟੀ ਚੋਟ ਸੋ ਦਸ ਨਹੇਰੀ। ਸੇਵਕਾਂ ਨੇ ਜੀ ਵੇਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੋਡੇ ਤੇ ਸੱਟ ਲੱਗ ਗਈ ਹੈ। ਹਾਂਜੀ। ਕਰ ਧਰ ਮਰਦਨ ਕੀਨ ਕਨੇਰੀ। ਬੜਾ ਮਾਲਸ਼ ਕੀਤੀ ਜੀ ਉੱਥੇ ਜੀ ਜਿੱਥੇ ਸੱਟ ਲੱਗੀ ਸੀਗੀ ਜੀ। ਹਾਂਜੀ। ਪੁੰਨ ਕਰ ਜੋਰੇ ਪੁੱਛਣ ਲਾਗੇ। ਮਹਾਰਾਜ ਤਖਤ ਤੇ ਬੈਠ ਗਏ ਜੀ। ਸਿੱਖ ਸੰਗਤ ਮਹਾਰਾਜ ਨੂੰ ਹੱਥ ਜੋੜ ਕੇ ਪੁੱਛਣ ਲੱਗੇ ਜੀ। ਹਾਂਜੀ। ਸ਼੍ਰੀ ਸਤਿਗੁਰ ਤੁਮ ਕਿਸ ਬਿਦ ਜਾਗੇ। ਕਹਿੰਦੇ ਮਹਾਰਾਜ ਆਪ ਜੀ ਨੂੰ ਇਸ ਤਰੀਕੇ ਨਾਲ ਉੱਠਣ ਦੀ ਕੀ ਜ਼ਰੂਰਤ ਸੀਗੀ? ਕਾਰਨ ਵੀ ਸੁਣੋ। ਕਿਉਂ? ਮਹਾਰਾਜ ਮਾਲਕ ਨੇ, ਅਸੀਂ ਆਮ ਬੰਦੇ ਸੇਵਕ ਹੈਗੇ ਤੁਹਾਡੇ। ਹਾਂਜੀ। ਬਚਨ ਆਪ ਕੇ ਸ਼ਬਦ ਬਨੇ ਹੈ। ਬਾਕੀ ਜੇ ਤੁਸੀਂ ਗੁਰਬਾਣੀ ਦੇ ਸਤਿਕਾਰ ਲਈ ਉੱਠੇ ਹੋ, ਉਹ ਬਾਣੀ ਤੁਸੀਂ ਉਚਾਰੀ ਹੈ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਬਾਣੀ ਤੇ ਤੁਸੀਂ ਉਚਾਰੀ ਹੈ ਨਾ, ਤੁਹਾਡੇ ਬਚਨ ਹੀ ਗੁਰੂ ਦੀ ਬਾਣੀ ਹੈ ਨਾ। ਹਾਂਜੀ। ਨਰ ਤਾਰਨ ਹਿਤ ਸੁਖਦ ਭਨੇ ਹੈ। ਸਾਨੂੰ ਤਾਰਨ ਵਾਸਤੇ ਜਿਹੜੀ ਬਾਣੀ ਉਚਾਰੀ ਹੈ ਤੁਹਾਡੇ ਹੀ ਬਚਨ ਨੇ ਨਾ ਮਹਾਰਾਜ। ਹਾਂਜੀ। ਸ਼ੰਕਨ ਕਿਸ ਕੀ ਰਾਵਰ ਧਰੀ। ਕਾਜ ਕਵਨ ਸ਼ੀਘਰਤਾ ਕਰੀ। ਤੇ ਤੁਹਾਡੀ ਬਾਣੀ ਪੜ ਰਹੇ ਸਾਂ ਅਸੀਂ, ਤੇ ਮਹਾਰਾਜ ਤੁਸੀਂ ਇੰਨੀ ਛੇਤੀ ਕਿਉਂ? ਮਹਾਰਾਜ ਇੰਨੀ ਛੇਤੀ ਛੇਤੀ ਉੱਠੇ, ਸੱਟ ਲੱਗ ਗਈ ਆਪ ਜੀ ਨੂੰ ਮਹਾਰਾਜ। ਹਾਂਜੀ। ਹਰ ਬਰਾਏ ਅਬ ਐਸੇ ਜਾਗੇ। ਇੱਕਦਮ ਮਹਾਰਾਜ ਤੁਸੀਂ ਉੱਠੇ ਹੋਵੋਗੇ। ਹਾਂਜੀ। ਪਾਟੀ ਚੋਟ ਗੋਡ ਮੈਂ ਲਾਗੇ। ਜਿਹਦੇ ਕਰਕੇ ਮਹਾਰਾਜ ਸੱਟ ਲੱਗ ਗਈ ਆਪ ਜੀ ਨੂੰ। ਬਾਣੀ ਤੇ ਤੁਹਾਡੀ ਹੈ ਤੇ ਤੁਸੀਂ ਇੰਨਾ ਸਤਿਕਾਰ ਕਰ ਰਹੇ ਹੋ ਇਹਦਾ। ਹਾਂਜੀ। ਸੁਨ ਕਰ ਸ਼੍ਰੀ ਹਰਿ ਰਾਏ ਉਚਾਰੇ। ਹੁਣ ਗੁਰੂ ਸਾਹਿਬ ਦਾ ਜਵਾਬ ਸੁਣਿਓ ਸਾਰੇ। ਪਹਿਲਾ ਸਵਾਲ ਸਮਝ ਲਿਆ ਜੀ ਸਾਰਿਆਂ ਨੇ। ਉਹ ਕਹਿੰਦੇ ਮਹਾਰਾਜ ਤੁਹਾਡੀ ਬਾਣੀ ਹੈ, ਤੁਹਾਨੂੰ ਇੰਨਾ ਸਤਿਕਾਰ ਕਰਨ ਦੀ ਕੀ ਜ਼ਰੂਰਤ ਹੈ ਮਹਾਰਾਜ? ਇਹ ਤਾਂ ਹੈ ਹੀ ਤੁਹਾਡੀ ਹੈ। ਤੇ ਮਹਾਰਾਜ ਅੱਗੋਂ ਉੱਤਰ ਦਿੰਦੇ ਜੀ ਉਹਨਾਂ ਨੂੰ। ਸੁਨਹੁ ਸਿੱਖ ਤੁਮ ਹੋ ਮਮ ਪਿਆਰੇ। ਆਖੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਮੇਰੇ ਪਿਆਰਿਓ,
ਸਿੱਖੋ ਤੁਸੀਂ ਮੇਰੇ ਬੜੇ ਪਿਆਰੇ ਹੋ ਕਹਿਣ ਲੱਗੇ। ਜਵਾਬ ਸੁਣੋ ਕਹਿਣ ਲੱਗੇ। ਗੁਰ ਅਨਭੈ ਵਿੱਚ ਬਾਣੀ ਰੂਪ, ਜਾਂ ਕੀ ਮਹਿਮਾ ਅਮਿਤ ਅਨੂਪ। ਮਹਾਰਾਜ ਕਹਿਣ ਲੱਗੇ ਬਾਣੀ ਜਿਹੜੀ ਹੈ ਨਾ, ਇਹਦੇ ਵਿੱਚ ਵੱਡੇ ਗੁਰੂਆਂ ਦਾ ਅਨੁਭਵ ਹੈਗਾ ਕਹਿਣ ਲੱਗੇ। ਬਾਣੀ ਧੁਰਦੀ ਹੈ ਕਹਿਣ ਲੱਗੇ। ਕੋਈ ਬੰਦਾ ਇਹ ਕਵੇ ਬਾਣੀ ਮੈਂ ਉਚਾਰੀ, ਮਹਾਰਾਜ ਕਹਿੰਦੇ ਨਹੀਂ। ਬਾਣੀ ਕਿੱਥੋਂ ਆਈ ਹੈ? ਧੁਰੋਂ ਆਈ ਹੈ। ਮਹਾਰਾਜ ਕਹਿਣ ਲੱਗੇ ਬਾਣੀ ਦੀ ਮਹਿਮਾ ਬੜੀ ਵੱਡੀ ਹੈਗੀ ਹੈ ਜੀ। ਹੁਣ ਤੁਸੀਂ ਕਹੋਗੇ ਵੀ ਗੁਰੂ ਹਰਿਰਾਏ ਸਾਹਿਬ ਸਾਡੇ 'ਚ ਸਰੀਰ ਕਰਕੇ ਤੇ ਮੌਜੂਦ ਨਹੀਂ ਹੈਗੇ, ਪਰ ਜਿਸ ਬਾਣੀ ਦੀ ਗੁਰੂ ਸਾਹਿਬ ਗੱਲ ਕਰ ਰਹੇ, ਬਾਣੀ ਤੇ ਸਾਡੇ ਕੋਲ ਮੌਜੂਦ ਹੈਗੀ ਹੈ ਨਾ ਜੀ। ਬਾਣੀ ਦਾ ਸਤਿਕਾਰ ਕਰਨਾ ਤੇ ਸਾਡਾ ਫਰਜ਼ ਹੈਗਾ ਕਿ ਨਹੀਂ ਹੈਗਾ ਜੀ? ਹਾਂਜੀ। ਭਾਵ ਅਗਨੀ ਸਾਗਰ ਕਹੋ ਤਰਨਾ, ਸਤਿਗੁਰ ਸਿੱਖਨ ਕੋ ਸੁਖ ਕਰਨੀ। ਸੰਸਾਰ ਵਿੱਚ ਇਸ ਜੀਵ ਸੌਖਾ ਹੀ ਤਰ ਜਾਵੇ, ਸੁੱਖ ਮਿਲੇ, ਇਹਦੇ ਕਰਕੇ ਇਹ ਬਾਣੀ ਵੱਡੇ ਗੁਰੂਆਂ ਦੇ ਮੁਖ ਤੇ ਆਈ। ਮਹਾਰਾਜ ਕਹਿਣ ਲੱਗੇ ਪਰਮੇਸ਼ਰ ਦੀ ਬਾਣੀ ਹੈ, ਜੀਵਾਂ ਦਾ ਭਲਾ ਹੋਵੇ, ਇਹਦੇ ਵਾਸਤੇ ਮਨੁੱਖਾਂ ਵਾਹਿਗੁਰੂ ਗੁਰੂਆਂ ਦੇ ਮੁਖ ਤੇ ਆਈ ਹੈ ਕਹਿਣ ਲੱਗੇ ਬਾਣੀ। ਹਾਂਜੀ। ਪਾਠਕ ਹਿਰਦੈ ਵਿਕਾਰਨ ਹਰਨੀ। ਸਿੱਖੋ ਬਾਣੀ ਦੀ ਬੜੀ ਮਹਿਮਾ ਹੈ। ਬਾਣੀ ਦਾ ਸਾਰਿਆਂ ਨੂੰ ਹੀ ਸਤਿਕਾਰ ਕਰਨਾ ਚਾਹੀਦਾ ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਅੱਜ ਗੁਰੂ ਹਰਿਰਾਏ ਸਾਹਿਬ ਦਾ ਆਗਮਨ ਪੁਰਬ ਹੈ। ਬਚਨ ਪੱਕੇ ਪੱਲੇ ਬਣ ਲਓ ਜੀ। ਬਾਣੀ ਦਾ ਸਭ ਨੂੰ ਹੀ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂ? ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ, ਜਦੋਂ ਉਹ ਗੁਰੂ ਦੀ ਬਾਣੀ ਪੜ੍ਹੇਗਾ ਉਹਦੇ ਹਿਰਦੇ ਦੇ ਵਿਕਾਰ ਦੂਰ ਹੋਣਗੇ। ਮਹਾਰਾਜ ਕਹਿਣ ਲੱਗੇ ਟਿਕ ਕੇ ਬੰਦਾ ਰਹਿਰਾ ਸਾਹਿਬ ਦਾ ਪਾਠ ਕਰ ਲੇ ਤਾਂ ਵੀ ਮਨ ਸ਼ਾਂਤ ਹੋ ਜਾਂਦਾ ਜੀ। ਜਪਜੀ ਸਾਹਿਬ ਦਾ ਪਾਠ ਕਰ ਲੇ ਮਨ ਸ਼ਾਂਤ ਹੋ ਜਾਂਦਾ ਜੀ। ਪਾਠ ਕਰੀਦਾ ਵਿਕਾਰਨ ਹਰਨੀ। ਮਹਾਰਾਜ ਕਹਿੰਦੇ ਇਸ ਬਾਣੀ 'ਚ ਬੜੀ ਤਾਕਤ ਤੇ। ਕੋਈ ਬੰਦਾ ਮਾੜੇ ਰਸਤੇ ਤੇ ਜਾ ਰਿਹਾ ਹੋਵੇ ਨਾ, ਉਹ ਬਾਣੀ ਦਾ ਪਾਠ ਕਰਨ ਲੱਗ ਪਏ, ਬਾਣੀ ਦਾ ਪਾਠ ਕਰਦਿਆਂ ਕਰਦਿਆਂ ਆਪੇ ਹੀ ਉਹਦੇ ਵਿਕਾਰ ਦੂਰ ਹੋ ਜਾਂਦੇ ਜੀ। ਪੜੇ ਸ਼ੁੱਧ ਜੀ। ਮੈਨੂੰ ਇੱਕ ਗੁਰਮੁਖ ਪਿਆਰੇ ਦੱਸਣ ਲੱਗੇ, ਕਹਿੰਦੇ ਗਿਆਨੀ ਜੀ ਮੈਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਕੇਸ ਰੱਖੋ, ਜੂੜਾ ਕਰੋ, ਪੱਗ ਬੰਨੋ। ਕਹਿੰਦੇ ਮੈਂ ਇੱਕੋ ਗੱਲ ਹੀ ਕਹਿੰਦਾ ਵੀ ਆਓ ਮੇਰੇ ਕੋਲ ਸੰਥਿਆ ਲਓ ਗੁਰਬਾਣੀ ਦੀ। ਜਦੋਂ ਗੁਰਬਾਣੀ ਪੜ੍ਹਨੀ ਬੰਦਾ ਸਿੱਖੇ, ਗੁਰਬਾਣੀ ਪੜ੍ਹਨ ਲੱਗ ਪਏ ਨਾ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਹੀ ਕੇਸ ਰੱਖ ਲੈਂਦਾ ਕਹਿਣ ਲੱਗੇ। ਕਿਉਂ? ਬਾਣੀ ਨੇ ਵਿਕਾਰ ਦੂਰ ਕਰਨੇ ਨਾ ਜੀ, ਬਾਣੀ ਨੇ ਭਲਾ ਕਰਨਾ ਜੀ ਉਹਦਾ ਜੀ। ਹਾਂਜੀ। ਹਰਨੀ ਤ੍ਰਿਸ਼ਨਾ ਸਿੰਘਨ ਬਰਨੀ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਨੂੰ ਦੂਰ ਕਰਨ ਵਾਲੀ ਬਾਣੀ ਹੈਗੀ ਹੈ ਜੀ। ਬੜੇ ਬੜੇ ਵਿਗੜੇ ਹੋਏ ਬੰਦੇ ਸੰਗਤ ਜੀ, ਧਿਆਨ ਨਾਲ ਸੁਣਿਓ। ਆਖੋ ਵਾਹਿਗੁਰੂ ਵਾਹਿਗੁਰੂ। ਬਹੁਤ ਬਹੁਤ ਵਿਗੜੇ ਹੋਏ ਬੰਦੇ ਜੀ, ਜਦੋਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਆ ਗਏ, ਬਾਣੀ ਪੜ੍ਹਨ ਲੱਗ ਪਏ ਨਾ ਜੀ, ਉਹ ਮਹਾਂਪੁਰਖ ਬਣ ਗਏ ਜੀ। ਬਿਲਕੁਲ ਹੀ ਸੁਭਾਅ ਉਹਨਾਂ ਦਾ ਬਦਲ ਗਿਆ ਜੀ, ਬਿਲਕੁਲ ਸੁਭਾਅ ਬਦਲ ਗਿਆ ਜੀ। ਕੋਈ ਗੱਪ ਨਹੀਂ ਸੁਣਾਊਂਗਾ ਜੀ। ਤੁਸੀਂ ਕਹੋਗੇ ਵੀ ਬਾਬਿਆਂ ਦਾ ਕੀ ਆ, ਜੋ ਮਾਈਕ 'ਚ ਆਉਂਦਾ ਮੂੰਹ 'ਚ ਬੋਲੀ ਜਾਂਦੇ ਜੇ, ਜੋ ਮੂੰਹ 'ਚ ਆਉਂਦਾ ਮਾਈਕ 'ਚ ਬੋਲੀ ਜਾਂਦੇ ਆ। ਸਮਾਜਪੁਰਾ ਅੱਜ ਵੀ ਹੈਗਾ ਜੀ, ਸਮਾਜਪੁਰਾ ਜੀ। ਹਾਂਜੀ। ਉੱਥੇ ਸੁਰਜਣ ਡਾਕੂ ਸੀਗਾ ਜੀ, ਸੁਰਜਣ ਡਾਕੂ ਜੀ। ਬਸ ਇੱਕ ਬਾਣੀ ਪੜ੍ਹਨ ਵਾਲੇ ਦੀ ਸੰਗਤ ਹੋ ਗਈ ਜੀ ਉਹਨੂੰ ਜੀ, ਇੱਕ ਰੱਬ ਦੇ ਪਿਆਰੇ ਦੀ ਸੰਗਤ ਹੋ ਗਈ। ਡਾਕੂ ਸੀਗਾ, ਡਾਕੂ ਦੇ ਨਾਲ ਹੋਰ ਬੜੇ ਚੇਲੇ ਸੀਗੇ ਉਹਦੇ ਜੀ। ਬਸ ਉਹਨਾਂ ਮਹਾਂਪੁਰਖਾਂ ਨੇ ਇਹੋ ਜਿਹਾ ਤੀਰ ਮਾਰਿਆ, ਸੁਰਜਣ ਡਾਕੂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਜੀ। ਬਾਣੀ ਦੀ ਕਿਰਪਾ ਉਹਦੇ ਤੇ ਉਹ ਹੋਈ ਜੀ, ਉਹ ਸੁਰਜਣ ਡਾਕੂ ਨਹੀਂ ਰਿਹਾ, ਸੰਤ ਬਾਬਾ ਸੁਰਜਣ ਸਿੰਘ ਬਣ ਗਿਆ ਜੀ। ਬਾਣੀ ਦੀ ਕਿਰਪਾ ਜੀ। ਕੋਈ ਪੜ੍ਹ ਲੈ ਜੀ, ਇਹ ਕੋਈ ਲੁਪੀ ਛਿਪੀ ਗੱਲ ਥੋੜੀ ਹੈਗੀ ਹੈ ਜੀ।
ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਸਿੱਖੋ ਬਾਣੀ ਦਾ ਬੜਾ ਵੱਡਾ ਮਹਾਤਮ ਚ ਬਾਣੀ ਵੱਡਿਆਂ ਵੱਡਿਆਂ ਦੇ ਅੰਦਰੋਂ ਤ੍ਰਿਸ਼ਨਾ ਦੂਰ ਕਰ ਦਿੰਦੀ ਹੈ। ਹਾਂਜੀ ਬਰਨੀ ਗੁਰ ਦੁਖ ਤਰ ਕੋ ਹਰਨੀ। ਮਹਾਰਾਜ ਕਹਿਣ ਲੱਗੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ ਹੈ ਤੇ ਦੁੱਖਾਂ ਰੂਪੀ ਬੂਟਿਆਂ ਨੂੰ ਪੁੱਟਣ ਵਾਲੀ ਹੈਗੀ। ਕਹਿਣ ਲੱਗੇ ਭਾਵ ਬਾਣੀ ਪੜ੍ਹ ਕੇ ਬੰਦੇ ਦੇ ਸਾਰੇ ਦੁੱਖ ਹੀ ਦੂਰ ਹੋ ਜਾਂਦੇ ਜੀ। ਇਹਨਾਂ ਗੱਲਾਂ ਤੇ ਨਾ ਬੜੇ ਪ੍ਰਮਾਣ ਨੇ ਸੰਗਤ ਜੀ, ਬੜੇ ਪ੍ਰਮਾਣ ਨੇ। ਇੱਕ ਸਿੰਘ ਪਿੱਛੇ ਦੇ ਉਹਦਾ ਹੁਣੇ ਵਿਆਹ ਹੋਇਆ, 50 ਰੁਪਈਏ ਨਹੀਂ ਸੀ ਹੁੰਦੇ ਘਰ ਵਿੱਚ ਜੀ, 50 ਰੁਪਈਏ ਜੀ। ਖਾਣ ਨੂੰ ਕੁਝ ਨਹੀਂ, ਪੀਣ ਨੂੰ ਕੁਝ ਨਹੀਂ, ਪੱਖੇ ਬੰਦ, ਬੱਤੀਆਂ ਕੱਟੀਆਂ ਉਹਨਾਂ ਦੀਆਂ ਜੀ, ਬੁਰੇ ਹਾਲ। ਉਸ ਪਰਿਵਾਰ ਦਾ ਇੱਕੋ ਜੀ ਬਾਣੀ ਪੜ੍ਹਨ ਲੱਗ ਪਿਆ ਜੀ, ਸੰਥਿਆ ਲੈਣ ਲੱਗ ਪਿਆ, ਬਾਣੀ ਪੜ੍ਹਨ ਲੱਗ ਪਿਆ। ਕੋਠੀ ਵੀ ਬਣ ਗਈ, ਗੱਡੀ ਵੀ ਆ ਗਈ, ਸਭ ਕੁਝ ਹੀ ਉਹਨਾਂ ਘਰ ਆ ਗਿਆ ਜੀ। ਹੁਣੇ ਪਿੱਛੇ ਜਿਹੇ ਉਹਦਾ ਵਿਆਹ ਹੋਇਆ ਜੀ। ਬਾਣੀ ਦੀ ਤਾਕਤ ਹੈ। ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਸਿੱਖੋ ਇਹ ਬਾਣੀ ਆਮ ਨਹੀਂ ਹੈਗੀ, ਬਾਣੀ ਬੜਿਆਂ ਬੜਿਆਂ ਦੇ ਦੁੱਖ ਕੱਟ ਦਿੰਦੀ। ਕਹਿਣ ਲੱਗੇ ਕਰਨੀ ਗਿਆਨ ਅਗਨ ਕੋ ਅਰਨੀ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਤੇ ਕਰਨੀ ਗਿਆਨ ਅਗਨ ਕੋ ਅਰਨੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਗਿਆਨ ਰੂਪੀ ਅਗਨੀ, ਅੱਗ ਬਲੇ ਲੱਕੜ ਸੜਦੀ ਹੈ ਜੀ। ਬਾਣੀ ਪੜ੍ਹਿਆ ਬੰਦੇ ਦੇ ਅੰਦਰ ਗਿਆਨ ਪੈਦਾ ਹੁੰਦਾ ਹੈ, ਅੰਧਕਾਰ ਸੜ ਜਾਂਦਾ ਜੀ, ਨਾਸ ਹੋ ਜਾਂਦਾ ਜੀ। ਚੇਤਾ ਰੱਖਿਓ ਜਿਹੜਾ ਬੰਦਾ ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਜਿੰਨਾ ਮਰਜ਼ੀ ਅਮੀਰ ਬੰਦਾ ਹੈਗਾ, ਉਹਦੀ ਜ਼ਿੰਦਗੀ 'ਚ ਹਨੇਰਾ ਹੀ ਹੈ ਜੀ, ਹਨੇਰਾ ਹੀ ਹੈ ਜੀ। ਮਹਾਰਾਜ ਬਾਣੀ 'ਚ ਲਿਖਦੇ ਅੰਧੀ ਕੋਠੀ ਤੇਰਾ ਨਾਮ ਨਹੀਂ। ਆਖੋ ਵਾਹਿਗੁਰੂ ਵਾਹਿਗੁਰੂ। ਜਿੱਥੇ ਬਾਣੀ ਨਹੀਂ, ਪਰਮੇਸ਼ਰ ਦਾ ਨਾਮ ਨਹੀਂ ਹੈ ਨਾ ਜੀ, ਉਹਦਾ ਜ਼ਿੰਦਗੀ ਹਨੇਰਾ ਹੀ ਹੈਗੀ ਜੀ, ਉਹਦਾ ਜੀਵਨ ਜੀ। ਮਹਾਰਾਜ ਕਹਿੰਦੇ ਬਾਣੀ ਚਾਨਣ ਕਰ ਦਿੰਦੀ ਬੰਦੇ ਦੀ ਜ਼ਿੰਦਗੀ 'ਚ। ਹਾਂਜੀ ਜੋ ਸਿੱਖ ਗੁਰਬਾਣੀ ਭੈ ਕਰੈ। ਇਸ ਕਰਕੇ ਗੁਰਬਾਣੀ ਦਾ ਸਤਿਕਾਰ ਕਰਿਆ ਕਰੋ। ਹੁਣ ਇਹ ਨਹੀਂ ਹੈ ਤੁਹਾਡੇ ਪਰਿਵਾਰ ਵਿੱਚ ਕੋਈ ਜੀ ਥੱਲੇ ਬੈਠ ਕੇ ਬਾਣੀ ਪੜ੍ਹ ਰਿਹਾ, ਤੁਸੀਂ ਚੌੜੇ ਹੋ ਕੇ ਬੈੱਡ ਤੇ ਬੈਠੇ ਹੋਵੋ ਜੀ। ਹਾਂਜੀ ਇਹ ਮਰਜ਼ਾਦਾ ਨਹੀਂ ਹੈਗੀ ਜੀ। ਕੋਈ ਰੱਬ ਦੇ ਪਿਆਰੇ ਗੁਰਮੁਖ ਮਹਾਂਪੁਰਖ ਜਾ ਰਹੇ ਹੈ ਘੋੜੇ ਤੇ ਸੇਵਕ ਨੇ ਵਾਗਾਂ ਫੜੀਆਂ ਜੀ ਘੋੜੇ ਦੀਆਂ ਜੀ, ਵਾਹਿਗੁਰੂ ਲਗਾਮ ਫੜੀ ਹੈ ਜੀ, ਨਾਲ ਨਾਲ ਤੁਰਿਆ ਜਾਂਦਾ ਜੀ। ਸ਼ਾਮ ਦਾ ਸਮਾਂ ਤੋਂ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰਤਾ ਜੀ। ਮਹਾਂਪੁਰਖ ਘੋੜੇ ਤੇ ਬੈਠੇ ਸੀ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ। ਉਹਨਾਂ ਵੇਖਿਆ ਵੀ ਇਹ ਘੋੜੇ ਤੇ ਮੈਂ ਬੈਠਾ ਤੇ ਬਾਣੀ ਇਹ ਪੜ੍ਹਦਾ, ਕਹਿੰਦੇ ਘੋੜਾ ਰੋਕ। ਘੋੜਾ ਰੋਕਤਾ ਜੀ। ਕਹਿੰਦੇ ਹੁਣ ਤੂੰ ਘੋੜੇ ਦੇ ਉੱਤੇ ਬਹਿ। ਕਹਿੰਦਾ ਮਹਾਂਪੁਰਖੋ ਮੈਂ ਬਵਾਂ? ਕਹਿੰਦੇ ਹਾਂ ਤੂੰ ਬਹਿ ਘੋੜੇ ਦੇ ਉੱਤੇ। ਉਹ ਘੋੜੇ ਦੇ ਉੱਤੇ ਬੈਠ ਗਿਆ, ਆਪ ਲਗਾਮਾਂ ਫੜ ਲੀਆਂ ਤੇ ਲਗਾਮ ਫੜ ਕੇ ਤੁਰਨ ਲੱਗ ਪਏ। ਕਹਿੰਦੇ ਹੁਣ ਪਾਠ ਕਰ। ਕਹਿਣ ਲੱਗੇ ਬਾਣੀ ਦਾ ਸਤਿਕਾਰ। ਆਖੋ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਜਿਹੜਾ ਗੁਰਬਾਣੀ ਪੜ੍ਹ ਰਿਹਾ ਉਹਦਾ ਵੀ ਸਤਿਕਾਰ ਕਰਨਾ ਹੈ ਜੀ। ਗੁਰੂ ਹਰਿਰਾਏ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਜੀ। ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਗੁਰਬਾਣੀ ਦਾ ਭੈ ਕਰਦਾ, ਕਹਿਣ ਲੱਗੇ ਹਾਂਜੀ ਬਿਨ ਪ੍ਰਯਾਸ ਭਵ ਸਾਗਰ ਤਰੈ। ਗੱਜ ਕੇ ਆਖੋ ਵਾਹਿਗੁਰੂ। ਉਸ ਬੰਦੇ ਨੂੰ ਯਤਨ ਕਰਨ ਦੀ ਲੋੜ ਨਹੀਂ ਹੈਗੀ। ਜਿਹੜਾ ਗੁਰਬਾਣੀ ਦਾ ਕਰੇਗਾ ਭੈ, ਉਹ ਬਿਨਾਂ ਕਿਸੇ ਯਤਨ ਤੋਂ ਜਗਤ ਦਾ ਭਵ ਸਾਗਰ ਜਿਹੜਾ ਉਹ ਤਰ ਜਾਏਗਾ। ਕਹਿਣ ਲੱਗੇ ਜਨਮ ਮਰਨ ਦਾ ਚੱਕਰ ਮੁੱਕ ਜਾਏਗਾ। ਕਿਉਂ? ਗੁਰਬਾਣੀ ਬਹੁਤ ਵੱਡੀ ਹੈ ਨਾ ਜੀ। ਮਹਾਰਾਜ ਕਹਿੰਦੇ ਨਾ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ
ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਦਾ ਜਿਹੜਾ ਸਤਿਕਾਰ ਕਰੇਗਾ, ਮਹਾਰਾਜ ਕਹਿੰਦੇ ਉਹਨੂੰ ਯਤਨ ਕਰਨ ਦੀ ਲੋੜ ਨਹੀਂ ਪਏਗੀ, ਭਵ ਸਾਗਰ ਤੋਂ ਤਰ ਜਾਏਗਾ ਜੀ। ਕੌਣ? ਜਿਹੜਾ ਬਾਣੀ ਦਾ ਸਤਿਕਾਰ ਕਰੇਗਾ। ਹਾਂਜੀ, ਗੁਰਬਾਣੀ ਮਹਿਮਾ ਮਹੀਆਨੇ। ਮਹਾਰਾਜ ਕਹਿਣ ਲੱਗੇ ਇਸੇ ਕਰਕੇ ਗੁਰਬਾਣੀ ਦੀ ਮਹਿਮਾ ਬਹੁਤ ਵੱਡੀ ਹੈ। ਇਹ ਮੈਂ ਤਾਈਓ ਬੇਨਤੀ ਕੀਤੀ ਆ, ਜਿਹੜੀ ਕਥਾ ਹੈ ਨਾ, ਇਹ ਤੁਸੀਂ ਸਾਰੇ ਹੀ ਮੰਨ ਸਕਦੇ ਹੋ। ਕੀ ਕਰਨਾ ਜੀ? ਗੁਰਬਾਣੀ ਦਾ ਸਤਿਕਾਰ ਕਰਨਾ। ਜਦੋਂ ਗੁਰਬਾਣੀ ਚੱਲ ਰਹੀ ਹੋਏ ਹੱਥ ਜੋੜ ਕੇ ਸੁਣਨਾ ਜੀ। ਗੁਰਬਾਣੀ ਨੂੰ ਪੜ੍ਹਨਾ ਹੈ, ਗੁਰਬਾਣੀ ਦੀ ਪੋਥੀ ਦਾ ਸਤਿਕਾਰ ਕਰਨਾ ਹੈ ਜੀ। ਇਹ ਨਹੀਂ ਘਰ 'ਚ ਗੁਟਕਾ ਸਾਹਿਬ ਪਿਆ, ਕਦੀ ਦਰਸ਼ਨ ਹੀ ਨਹੀਂ ਕੀਤੇ ਉਹਦੇ ਤੇ, ਘੱਟਾ ਜੰਮਿਆ ਹੋਇਆ ਉਹਦੇ ਤੇ ਜੀ। ਕਈ ਵਾਰੀ ਬੰਦੇ ਚਾਅ ਨਾਲ ਲੈ ਆਉਂਦੇ ਜੀ, ਤੇ ਕਦੀ ਦਰਸ਼ਨ ਵੀ ਨਹੀਂ ਕੀਤੇ ਹੁੰਦੇ ਗੁਟਕਾ ਸਾਹਿਬ ਦੇ, ਤੇ ਘੱਟਾ ਜੰਮਿਆ ਹੁੰਦਾ ਜੀ ਉਹਦੇ ਤੇ ਜੀ। ਐਸਾ ਨਹੀਂ ਕਰਨਾ ਜੀ। ਹੋਰ ਸੁਣ ਲਓ, ਮੈਂ ਇੱਕ ਗੁਰਮੁਖ ਮਹਾਂਪੁਰਖ ਦਾ ਬਚਨ ਸੁਣ ਰਿਹਾ ਸਾਂ। ਉਹ ਕਹਿੰਦੇ ਘਰ 'ਚ ਗੁਟਕਾ ਸਾਹਿਬ ਪਿਆ ਨਾ, ਤੁਸੀਂ ਰੋਜ਼ ਉੱਠ ਕੇ ਹੱਥ ਜੋੜ ਕੇ ਉਹਨੂੰ ਮੱਥਾ ਟੇਕ ਦਿਓ, ਉਹਦੇ 'ਚ ਵੀ ਤੁਹਾਡਾ ਭਲਾ ਹੋ ਜਾਣਾ। ਕਹਿਣ ਲੱਗੇ ਕਿਉਂ? ਉਹਦੇ 'ਚ ਬਾਣੀ ਹੈ। ਕਹਿਣ ਲੱਗੇ ਬਾਣੀ ਕੀ ਹੈ? ਬਾਣੀ ਗੁਰੂ ਹੈ। ਉਹਨੂੰ ਪੜ੍ਹਨਾ ਵੀ ਹੈ, ਉਹਦਾ ਜਾਪ ਵੀ ਕਰਨਾ ਹੈ। ਹਾਂਜੀ, ਜੇ ਮਰਿਆਦਾ ਹਮ ਨਹਿ ਠਾਨੇ। ਮਹਾਰਾਜ ਕਹਿਣ ਲੱਗੇ ਗੁਰਬਾਣੀ ਮਹਿਮਾ ਮਹੀਆਨੇ। ਗੁਰਬਾਣੀ ਦੀ ਮਹਿਮਾ ਬਹੁਤ ਵੱਡੀ ਹੈ, ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਜੇ ਅਸੀਂ ਨਹੀਂ ਮਰਿਆਦਾ ਰੱਖ ਕੇ ਤੁਹਾਨੂੰ ਦੱਸੀ। ਕਹਿਣ ਲੱਗੇ ਹਾਂਜੀ, ਤੋ ਸਿੱਖ ਭੈ ਨਾ ਕਰੇ ਗੋ ਕੋਈ। ਮਹਾਰਾਜ ਕਹਿਣ ਲੱਗੇ ਫਿਰ ਦੂਜੇ ਕਿਵੇਂ ਬਾਣੀ ਦਾ ਸਤਿਕਾਰ ਕਰਨਗੇ? ਆਪ ਕਰਕੇ ਸਤਿਕਾਰ ਵਿਖਾਇਆ। ਸੰਗਤ ਜੀ, ਗੁਰੂ ਸਾਹਿਬਾਂ ਨੇ ਖੁਦ ਬਾਣੀ ਦਾ ਸਤਿਕਾਰ ਕੀਤਾ ਜੀ। ਗੁਰੂ ਅਰਜਨ ਸਾਹਿਬ ਨੇ ਆਪਣਾ ਪਲੰਘਾ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਆਪ ਹੇਠਾਂ ਆਸਣ ਲਾਇਆ ਜੀ। ਬਿਨ ਭੈ ਕਰੇ ਸ਼੍ਰੇ ਨਹਿ ਕੋਈ। ਮਹਾਰਾਜ ਕਹਿਣ ਲੱਗੇ ਧਿਆਨ ਨਾਲ ਸੁਣਿਓ, ਜਿਹੜਾ ਬੰਦਾ ਸਿੱਖ ਹੋ ਕੇ ਗੁਰਬਾਣੀ ਦਾ ਭੈ ਨਹੀਂ ਕਰਦਾ, ਗੁਰਬਾਣੀ ਤੋਂ ਡਰਦਾ ਨਹੀਂ, ਉਹਦਾ ਭਲਾ ਨਹੀਂ ਹੋਣਾ। ਮਹਾਰਾਜ ਕਹਿਣ ਲੱਗੇ ਗੁਰਬਾਣੀ ਤੋਂ ਡਰਨਾ, ਗੁਰਬਾਣੀ ਦਾ ਭੈ ਕਰਨਾ ਚਾਹੀਦਾ। ਕਹਿਣ ਲੱਗੇ ਹਾਂਜੀ, ਗੁਰਬਾਣੀ ਕੋ ਭੈ ਹਮ ਧਰ ਕੈ, ਤਜਿਓ ਪ੍ਰਿਅੰਕ ਸ਼ੀਘਰਤਾ ਕਰਕੇ। ਤੁਸੀਂ ਹੇਠਾਂ ਬੈਠ ਕੇ ਬਾਣੀ ਪੜ੍ਹ ਰਹੇ ਸੀ, ਅਸੀਂ ਉੱਤੇ ਲੰਮੇ ਪਏ ਸਾਂ। ਕਹਿਣ ਲੱਗੇ ਇਸ ਕਰਕੇ ਗੁਰਬਾਣੀ ਦੇ ਸਤਿਕਾਰ ਦੇ ਵਿੱਚ ਅਸੀਂ ਛੇਤੀ ਨਾਲ ਉੱਠੇ ਜੀ। ਹੁਣ ਤੇ ਮਰਿਆਦਾ ਸਾਰੀ ਵਿਗੜਦੀ ਜਾਂਦੀ ਜੀ। ਆ ਮੈਂ ਸ਼ਹਿਰ ਦੇ ਵਿੱਚ ਵੇਖਿਆ, ਸੁਸਾਇਟੀਆਂ ਵਿੱਚ ਜੀ, ਪਹਿਲਾਂ ਰਾਗੀ ਸਿੰਘਾਂ ਦੀ ਤਲਾਈ ਵਿਛਾਉਂਦੇ ਹੁੰਦੇ ਸੀਗੇ ਜੀ। ਉਹਨਾਂ ਦੀ ਤਲਾਈ ਵਿਛਾ ਕੇ ਚਾਦਰ ਵਿਛਾਉਣੀ, ਹੁਣ ਨਹੀਂ ਵਿਛਾਉਂਦੇ ਜੀ। ਸਿਆਣੇ ਬਹੁਤੇ ਹੋ ਗਏ ਆ ਨਾ, ਤਾਂ ਨਹੀਂ ਵਿਛਾਉਂਦੇ ਜੀ। ਮਹਾਰਾਜ ਕਹਿਣ ਲੱਗੇ ਗੁਰਬਾਣੀ ਦਾ ਬਹੁਤ ਸਤਿਕਾਰ ਕਰਨਾ। ਅਸੀਂ ਤਾਈਓ ਉੱਠੇ। ਮਹਾਰਾਜ ਕਹਿਣ ਲੱਗੇ ਫਿਰ ਕੀ ਜੇ ਸੱਟ ਲੱਗ ਗਈ? ਕਹਿਣ ਲੱਗੇ ਜੋ ਸਿੱਖ ਹੈ ਗੁਰ ਸ਼ਬਦ ਕਮਾਵੇ, ਸ਼ਬਦ ਕਮਾਏ ਪਰਮ ਪਦ ਪਾਵੇ। ਸਿੱਖ ਹੋਵੇ, ਬਾਣੀ ਪੜ੍ਹੇ ਪਿਆਰ ਨਾਲ, ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਪਰਮ ਗਤੀ ਨੂੰ ਪ੍ਰਾਪਤ ਹੋਏਗਾ ਜੀ। ਅਸੀਂ ਬੰਦੇ ਨਾ ਸ਼ੰਕਾ 'ਚ ਪਏ ਰਹਿੰਦੇ ਜੀ। ਪੜ੍ਹਦੇ ਘੱਟ ਆ, ਸ਼ੰਕਾ 'ਚ ਜ਼ਿਆਦਾ ਪੈਂਦੇ। ਕਿਵੇਂ? ਇੱਕ ਬੰਦਾ ਆ ਗਿਆ ਜੀ, ਕਹਿੰਦਾ ਜੀ ਹੈ ਵੀ ਸਿਆਣਾ, ਮੂਲ ਮੰਤਰ ਕਿੱਥੋਂ ਤੱਕ ਹੈ? ਗੁਰਪ੍ਰਸਾਦ ਤੱਕ ਜਾਂ ਨਾਨਕ ਸਿੱਬੀ ਸੱਚ ਤੱਕ। ਲੜੀ ਜਾਣਾ ਜੀ ਬਸ ਗੱਲ। ਮੈਂ ਕਿਹਾ ਜੀ ਲੜਨ ਲਈ ਪੁੱਛ ਰਹੇ ਕਿ ਪੜ੍ਹਨ ਲਈ ਪੁੱਛ ਰਹੇ ਜੇ? ਇੱਕ ਗੱਲ ਦੱਸੇ ਬੰਦਾ ਜੀ, ਜੇ ਤੇ ਪੜ੍ਹਨਾ ਕਮਾਈ ਕਰਨੀ ਤੇ ਇੱਕ ਓੰਕਾਰ ਹੀ ਬਹੁਤ ਹੈਗਾ ਜੀ। ਮਹਾਰਾਜ ਕਹਿਣ ਲੱਗੇ ਸ਼ਬਦ ਦੀ ਕਮਾਈ ਕਰਨ ਵਾਲਾ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਜੇ। ਗੁਰਬਾਣੀ ਪਰਮ ਗਤੀ ਪ੍ਰਾਪਤ ਕਰਾਉਂਦੀ ਬੰਦੇ ਨੂੰ। ਭਗਤ ਪ੍ਰਤੀਤ ਨਹੀਂ ਜਿਸ ਤਨ ਮੈਂ, ਇਹ ਤਿਹ ਗੁਰਬਾਣੀ ਭੈ ਨਹਿ ਮਨ ਮੈਂ। ਜਿਨ੍ਹਾਂ ਬੰਦਿਆਂ ਦਾ ਗੁਰੂ ਤੇ ਭਰੋਸਾ ਨਹੀਂ ਨਾ ਹੈਗਾ, ਭਗਤੀ ਵਾਲੇ ਨਹੀਂ ਹੈਗੇ, ਉਹ ਗੁਰਬਾਣੀ ਤੋਂ ਡਰਦੇ ਨਹੀਂ ਹੈ।
ਉਹ ਨਹੀਂ ਡਰਦੇ ਜੀ। ਬਾਣੀ ਕੰਨਾਂ 'ਚ ਪੈ ਰਹੀ, ਉਹ ਮਾੜੇ ਕੰਮ ਕਰੀ ਜਾਂਦੇ ਆ, ਉਹ ਡਰਦੇ ਨਹੀਂ ਹੈ। ਬਿਨ ਭੈ ਭਗਤ ਨਾ ਪ੍ਰਾਪਤ ਹੋਏ। ਜਿਹੜਾ ਗੁਰਬਾਣੀ ਦਾ ਭੈ ਨਹੀਂ ਨਾ ਕਰਦਾ, ਭਗਤ ਨਹੀਂ ਬਣ ਸਕਦਾ ਜੀ। ਭਗਤੀ ਨਹੀਂ ਮਿਲੇਗੀ ਉਹਨੂੰ, ਕਹਿਣ ਲੱਗੇ। ਹਾਂਜੀ, ਭਗਤ ਬਿਨਾ ਨਾ ਗਿਆਨ ਅਵਲੋਏ। ਭਗਤੀ ਤੋਂ ਬਿਨਾ ਗਿਆਨ ਨਹੀਂ ਆਉਣਾ, ਮਹਾਰਾਜ ਕਹਿਣ ਲੱਗੇ। ਹਾਂਜੀ, ਗਿਆਨ ਬਿਨਾ ਮੁਕਤੀ ਕਿਮ ਪਾਏ। ਤੇ ਗਿਆਨ ਤੋਂ ਬਗੈਰ ਮੁਕਤੀ ਨਹੀਂ ਆਉਣੀ। ਗੱਲ ਤੇ ਗੁਰਬਾਣੀ ਦੇ ਭੈ ਤੋਂ ਸ਼ੁਰੂ ਹੋਣੀ ਹੈ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਘਰ ਦੇ ਵਿੱਚ ਟੀਵੀ ਵਿੱਚ ਦਰਬਾਰ ਸਾਹਿਬ ਲੱਗਾ ਹੈ, ਗੁਰਬਾਣੀ ਲੱਗੀ ਹੈ, ਅਸੀਂ ਜੁੱਤੀਆਂ ਪਾ ਕੇ ਉੱਥੇ ਹੀ ਅੰਦਰ ਬੈਠੇ ਹਾਂ। ਇਹ ਗੁਰਬਾਣੀ ਦਾ ਸਤਿਕਾਰ ਨਹੀਂ ਹੈ। ਜਦੋਂ ਹਰਿਮੰਦਰ ਸਾਹਿਬ ਲੱਗੇ ਘਰ ਵਿੱਚ ਟੀਵੀ 'ਚ, ਉਸੇ ਵੇਲੇ ਜੋੜੇ ਬਾਹਰ ਕੱਢ ਦਿਓ ਜੀ। ਕਈਆਂ ਦੇ ਟੀਵੀ ਥੋੜੇ ਨੀਵੇਂ ਆ, ਬੈੱਡ ਉੱਚੇ ਹੈ। ਨਹੀਂ ਪਿਆਰਿਓ, ਟੀਵੀ ਉੱਚਾ ਕਰੋ ਜਿੱਥੋਂ ਬਾਣੀ ਸੁਣਨੀ ਹੈ। ਮਹਾਰਾਜ ਕਹਿੰਦੇ ਗੁਰਬਾਣੀ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਮੁਕਤ ਬਿਨਾ ਨਾ ਆਨੰਦ ਸਮਾਏ। ਗੁਰਬਾਣੀ ਦੇ ਭੈ ਤੋਂ ਬਗੈਰ ਭਗਤੀ ਨਹੀਂ, ਭਗਤੀ ਤੋਂ ਬਗੈਰ ਗਿਆਨ ਨਹੀਂ, ਗਿਆਨ ਤੋਂ ਬਗੈਰ ਮੁਕਤੀ ਨਹੀਂ, ਮੁਕਤੀ ਤੋਂ ਬਗੈਰ ਆਨੰਦ ਨਹੀਂ। ਮਹਾਰਾਜ ਕਹਿਣ ਲੱਗੇ। ਹਾਂਜੀ, ਕਾਰਨ ਕਾਰਜ ਸ਼੍ਰਿੰਖਲ ਇਹੀ, ਗੁਰਬਾਣੀ ਭੈ ਤੇ ਸੁਖ ਲੇਹੀ। ਇਸ ਕਰਕੇ ਸਿੱਖੋ, ਗੁਰਬਾਣੀ ਦਾ ਸਤਿਕਾਰ ਕਰਨ ਨਾਲ ਤੁਹਾਨੂੰ ਸਦਾ ਸੁੱਖ ਮਿਲੇਗਾ। ਮੈਂ ਤੁਹਾਨੂੰ ਬਿਲਕੁਲ ਸੱਚੀ ਘਟਨਾ ਦੱਸਦਾ, ਮੇਰੀ ਵੇਖੀ ਹੋਈ ਘਟਨਾ ਜੀ। ਮਜੀਠਾ ਰੋਡ ਦੇ ਉੱਤੇ ਘਰ ਹੈ ਜੀ। ਦੋ ਭਰਾ ਨੇ ਜੀ ਉਸ ਘਰ 'ਚ। ਦੋਵਾਂ ਭਰਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪੋ ਆਪਣੇ ਰੱਖੇ ਹੋਏ ਨੇ ਜੀ। ਦੋਵਾਂ ਨਹੀਂ ਜੀ, ਇੱਕੋ ਹੀ ਹੈ ਜੀ ਘਰ। ਵੱਡੇ ਨੇ ਆਪਣਾ ਮਹਾਰਾਜ ਰੱਖਿਆ, ਛੋਟੇ ਨੇ ਆਪਣਾ ਰੱਖਿਆ ਜੀ। ਤੇ ਜਿਹੜਾ ਵੱਡਾ ਸੀ ਨਾ ਜੀ, ਵੱਡਾ, ਉਹ ਰਾਤ ਆਕਸੀਜਨ ਲਾਉਣ ਤੋਂ ਬਗੈਰ ਸੌਂ ਨਹੀਂ ਸਕਦਾ ਜੀ ਉਹ ਜੀ। ਤੇ ਅਸੀਂ ਕੁਦਰਤੀ ਮਹਾਰਾਜ ਦਾ ਸਰੂਪ ਲੈਣ ਉਹਨਾਂ ਦੇ ਘਰ ਗਏ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਅਸਥਾਨ, ਇੰਨਾ ਕੁ ਥਾਂ ਦੀ ਫੱਟੀ ਲਾਈ ਦੀ, ਬੰਨੀ ਬਣਾਈ, ਤੇ ਉਹਦੇ ਤੇ ਸੁੱਖ ਆਸਨ ਕਰਦੇ। ਤੇ ਮੈਂ ਥੋੜਾ ਮੂੰਹ ਜ਼ੋਰ ਹੈਗਾ ਜੀ, ਮੂੰਹ ਫੱਟ ਹੈਗਾ ਜੀ। ਮੈਂ ਕਿਹਾ ਜੀ ਤੁਹਾਡੀ ਆਕਸੀਜਨ ਨਹੀਂ ਲੱਥ ਸਕਦੀ, ਕਿਉਂ ਤੁਸੀਂ ਰਾਤ ਨੂੰ ਸੁੱਖ ਆਸਨ ਕਿੱਥੇ ਕਰਦੇ ਜੇ ਮਹਾਰਾਜ ਦਾ? ਇਹ ਕੰਮ ਸਹੀ ਕਰ ਦਿਓ, ਆਕਸੀਜਨਾਂ ਛੁੱਟ ਜਾਣਗੀਆਂ। ਜਦੋਂ ਆਕਸੀਜਨ ਤਾਂ ਲੱਗਦੀ ਤਾਂ ਤੁਸੀਂ ਸੁੱਖ ਆਸਨ ਨਹੀਂ ਚੰਗਾ ਬਣਾਇਆ। ਉਹ ਮੇਰੇ ਤੋਂ ਬੜੇ ਦੁਖੀ ਹੋਏ ਜੀ। ਫਿਰ ਜੀ ਉਹ ਮੇਰੇ ਨਾਲ ਬੜਾ ਚਿਰ ਬੋਲੇ ਹੀ ਨਹੀਂ ਜੀ। ਉਹ ਆਖੋ ਵਾਹਿਗੁਰੂ, ਕੀ ਕਰਨ ਜੀ? ਫਿਰ ਬੜਾ ਚਿਰ ਬੋਲੇ ਨਹੀਂ ਜੀ। ਫਿਰ ਉਹ ਬੰਦਾ ਸਰੀਰ ਛੱਡ ਗਿਆ ਜੀ ਬਾਅਦ ਵਿੱਚ ਜੀ। ਬੜੀਆਂ ਗੱਲਾਂ ਧਿਆਨ ਦੇਣ ਵਾਲੀਆਂ ਹੈਗੀਆਂ ਜੀ। ਮਹਾਰਾਜ ਕਹਿਣ ਲੱਗੇ ਗੁਰਬਾਣੀ ਦਾ ਜਿਹੜਾ ਸਤਿਕਾਰ ਨਹੀਂ ਕਰਦਾ ਉਹ ਦੁਖੀ ਰਹਿੰਦਾ, ਕਹਿਣ ਲੱਗੇ। ਹਾਂਜੀ, ਬਿਨ ਭੈ ਭਗਤ ਨਾ ਜਗਤ ਤਰਾਵੈ। ਤੀਰਥ ਬ੍ਰਤ ਜਗ ਜੋਗ ਕਮਾਵੈ। ਜਿੰਨਾ ਮਰਜ਼ੀ ਤੀਰਥ ਵਰਤ ਜੋਗ ਕਰ ਲੈ, ਜੇ ਭੈ ਨਹੀਂ ਕਰਦਾ ਬਾਣੀ ਤੋਂ ਤੇ ਸਭ ਨਿਸਫਲ ਹੈਗਾ ਹੈ ਜੀ। ਪੁਰਾਣੇ ਗੁਰਸਿੱਖ ਕਿਤੇ ਅਖਬਾਰ ਡਿੱਗੀ ਹੋਣੀ, ਉਹਦੇ ਤੇ ਬਾਣੀ ਲਿਖੀ ਹੋਣੀ, ਤੁਹਾਨੂੰ ਚੁੱਕ ਕੇ ਸਾਫ਼ ਕਰਕੇ ਘਰ 'ਚ ਸਾਂਭ ਲੈਣੀ ਜੀ। ਬਾਣੀ ਲਿਖੀ ਮਹਾਰਾਜ ਦੀ ਜੀ। ਹਾਂਜੀ, ਜੋ ਗੁਰ ਭਗਤ ਸੋ ਸਿੱਖ ਹੈ ਮੇਰਾ। ਗੁਰਬਾਣੀ ਭੈ ਤਿਸੈ ਕਨੇਰਾ। ਮੇਰਾ ਉਹੋ ਹੀ ਸਿੱਖ ਹੈ ਜਿਹੜਾ ਗੁਰਬਾਣੀ ਦਾ ਸਤਿਕਾਰ ਕਰਦਾ। ਆਖੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਅੱਜ ਕੀ ਮਨਾ ਰਹੇ ਆਪਾਂ? ਮਹਾਰਾਜ ਦਾ ਗੁਰਪੁਰਬ ਮਨਾ ਰਹੇ ਜੀ। ਮਹਾਰਾਜ ਕਹਿੰਦੇ ਮੇਰਾ ਉਹੋ ਹੀ ਸਿੱਖ ਹੈ ਜਿਹੜਾ ਗੁਰਬਾਣੀ ਦਾ ਸਤਿਕਾਰ ਕਰਦਾ। ਹਾਂਜੀ, ਜਿਨ ਭੈ ਅਦਬ ਨਾ ਬਾਣੀ ਧਾਰਾ। ਜਿਹੜਾ ਸਿੱਖ ਗੁਰਬਾਣੀ ਦਾ ਭੈ ਨਹੀਂ ਰੱਖਦਾ, ਡਰਦਾ ਨਹੀਂ, ਜੋ ਗੁਰਬਾਣੀ 'ਚ ਲਿਖਿਆ ਮੰਨਦਾ ਨਹੀਂ ਹੈ, ਗੁਰਬਾਣੀ ਦਾ ਅਦਬ ਨਹੀਂ ਕਰਦਾ। ਹਾਂਜੀ, ਜਾਨੋ ਸੋ ਸਿੱਖ ਨਹੀਂ ਹਮਾਰਾ। ਧੰਨ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਉਹ ਮੇਰਾ ਸਿੱਖ ਨਹੀਂ ਹੈਗਾ। ਕਹਿਣ ਲੱਗੇ ਉਹ ਮੇਰਾ ਸਿੱਖ ਨਹੀਂ ਹੈਗਾ। ਕਿਉਂ? ਬਾਣੀ ਗੁਰੂ, ਗੁਰੂ ਹੈ ਬਾਣੀ,
ਬਾਣੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਹੈ ਬਾਣੀ। ਜਿਹੜਾ ਬਾਣੀ ਦਾ ਸਤਿਕਾਰ ਨਹੀਂ ਕਰਦਾ ਸਾਡਾ ਸਿੱਖ ਨਹੀਂ ਹੈਗਾ ਮਹਾਰਾਜ ਕਹਿੰਦੇ। ਹਾਂਜੀ ਐਮ ਸਤਿਗੁਰ ਤੇ ਸੁਨ ਉਪਦੇਸ਼। ਹੁਣ ਜਦੋਂ ਸਿੱਖਾਂ ਨੇ ਮਹਾਰਾਜ ਦੇ ਕੋਲੋਂ ਇਹ ਗੱਲ ਸੁਣੀ ਜੀ, ਹਾਂਜੀ, ਲਖਿਓ ਮਹਾਤਮ ਸ਼ਬਦ ਵਿਸ਼ੇਸ਼। ਉਹਨਾਂ ਨੂੰ ਪਤਾ ਲੱਗਾ ਬਾਣੀ ਤੇ ਬਹੁਤ ਵੱਡੀ ਹੈਗੀ ਹੈ। ਜਿਹੜਾ ਬਾਣੀ ਦਾ ਸਤਿਕਾਰ ਨਹੀਂ ਕਰਦਾ ਦੁਖੀ ਰਹਿੰਦਾ ਹੈ, ਬਾਣੀ ਦਾ ਸਤਿਕਾਰ ਕਰਨ ਵਾਲਾ ਬੰਦਾ ਸੁਖੀ ਹੁੰਦਾ ਹੈ ਜੀ। ਵੇਖੋ ਨਾ ਜੀ, ਜਿਹਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਉਹ ਹੱਥ ਹੀ ਜੋੜ ਲੈ ਗੁਟਕਾ ਸਾਹਿਬ ਨੂੰ ਤਾਂ ਵੀ ਭਲਾ ਹੁੰਦਾ ਜੀ ਉਹਦਾ ਜੀ। ਹਾਥ ਜੋਰ ਬੰਦਤ ਕਰ ਬੰਦ। ਸਿੱਖਾਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ, ਆਖੋ ਧੰਨ ਗੁਰੂ ਹਰਿ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ। ਸਿਰ ਧਰ ਕਰ ਗੁਰ ਪਰ ਅਰਬਿੰਦ। ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਦੇ ਪਿਆਰੇ ਸਿੱਖਾਂ ਨੇ ਜੀ। ਸ੍ਰੀ ਸਤਿਗੁਰੂ ਜੀ ਕਰੁਣਾ ਕਰੀਐ। ਬਾਣੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਗੁਰਬਾਣੀ ਦਾ ਸਤਿਕਾਰ ਕਰਨਾ ਸੁਣਿਆ, ਹੁਣ ਸਾਡੇ ਤੇ ਮਿਹਰ ਵੀ ਕਰੋ। ਫਿਰ ਸ਼੍ਰੀ ਮੁਖ ਤੇ ਬਰ ਇਹੀ ਉਚਰੀਐ। ਸਾਨੂੰ ਮਹਾਰਾਜ ਬਚਨ ਦੇ ਦਿਓ, ਵਰ ਦੇ ਦਿਓ। ਤੁਸੀਂ ਵੀ ਮੰਗੋ ਸਾਰੇ ਇਹ ਵਰ। ਆਖੋ ਧੰਨ ਗੁਰੂ ਹਰਿ ਸਾਹਿਬ ਜੀ ਮਹਾਰਾਜ। ਇੰਜ ਕਰਕੇ ਸਾਰੇ ਹੀ ਹੱਥ ਜੋੜ ਦਿਓ ਜੀ। ਸਿੱਖ ਕਹਿੰਦੇ ਮਹਾਰਾਜ ਹੁਣ ਸਾਨੂੰ ਇੱਕ ਵਰ ਦਿਓ। ਹਾਂਜੀ, ਹੋਏ ਗੁਰਬਾਣੀ ਕੋ ਭੈ ਪ੍ਰਾਪਤ। ਮਹਾਰਾਜ ਅਸੀਂ ਗੁਰੂ ਜੀ ਦੀ ਬਾਣੀ ਦਾ ਸਤਿਕਾਰ ਕਰਿਆ ਕਰੀਏ, ਗੁਰਬਾਣੀ ਦਾ ਭੈ ਸਾਡੇ ਮਨਾਂ ਵਿੱਚ ਪੈਦਾ ਹੋਵੇ ਮਹਾਰਾਜ। ਜਿਸ ਤੇ ਮੁਕਤੀ ਕੇ ਦਰ ਜਾਪਤ। ਜਿਹਦੇ ਨਾਲ ਅਸੀਂ ਵੀ ਮੁਕਤ ਹੋ ਸਕੀਏ ਸੱਚੇ ਪਾਤਸ਼ਾਹ, ਸਾਡਾ ਵੀ ਭਲਾ ਹੋ ਸਕੇ। ਲੱਗ ਹੈ ਪ੍ਰੇਮ ਗੁਰ ਸ਼ਬਦ ਮਝਾਰਾ। ਸਾਡਾ ਵੀ ਮਹਾਰਾਜ ਸ਼ਬਦ 'ਚ ਪਿਆਰ ਲੱਗੇ ਜੀ। ਸੰਗਤ ਜੀ ਚੇਤਾ ਰੱਖਿਓ, ਪਿਆਰ ਨਹੀਂ ਪੈਦਾ ਹੁੰਦਾ, ਬੱਦੋ ਰੋਟੀ ਬੰਦਾ ਕਰੀ ਸੁਣੀ ਜਾਂਦਾ ਜੀ। ਇਸ ਤੇ ਹੋਏ ਹਮਰੋ ਨਿਸਤਾਰਾ। ਮਹਾਰਾਜ ਸਾਡਾ ਵੀ ਭਲਾ ਹੋਵੇ, ਸਾਡੇ ਤੇ ਮਿਹਰ ਕਰੋ। ਬਸਹੁ ਹਿਰਦੈ ਮਹਿਮਾ ਇਸ ਕੇਰੀ। ਸਾਡੇ ਮਨ 'ਚ ਗੁਰਬਾਣੀ ਦੀ ਮਹਿਮਾ ਵਸ ਜਾਵੇ ਜੀ। ਹਾਂਜੀ, ਕਟਹਿ ਬ੍ਰਿੰਦ ਕਰਮਨ ਕੀ ਬੇਰੀ। ਸਾਡੇ ਕਰਮਾਂ ਦੀ ਬੇੜੀ ਕੱਟੀ ਜਾਵੇ। ਸੰਗਤ ਜੀ ਚੇਤਾ ਰੱਖਿਓ, ਜਿਹੜਾ ਨੇਮ ਨਾਲ ਕਰੇ ਤੇ ਪ੍ਰੇਮ ਨਾਲ ਕਰੇ ਜੀ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਬਹੁਤ ਕੁਝ ਉਹਦਾ ਭਲਾ ਹੁੰਦਾ ਜੀ। ਪਟਿਆਲੇ ਵਿੱਚ ਭਾਈ ਗੁਰਮੁਖ ਸਿੰਘ ਰਹਿੰਦੇ ਆ ਜੀ। ਮੈਨੂੰ ਗੁਰਮੁਖਾਂ ਨੇ ਉਹਨਾਂ ਬਾਰੇ ਦੱਸਿਆ ਜੀ। ਭਾਈ ਗੁਰਮੁਖ ਸਿੰਘ ਹੋਣੀ ਬਹੁਤ ਗਰੀਬ ਸਨ ਜੀ, ਬਹੁਤ ਗਰੀਬ ਜੀ। ਭਗਤ ਗੁਰਕਿਰਪਾਲ ਸਿੰਘ ਜੀ ਗੁਰਵਾਲੀ ਵਾਲਿਆਂ ਦੇ ਕੋਲ ਗਏ ਜੀ। ਉਹਨਾਂ ਦੀ ਪਤਨੀ ਸੀ ਨਾ ਜਿਹੜੀ, ਉਹਨਾਂ ਨੇ ਸਮਝਾਇਆ ਵੀ ਹਰ ਰੋਜ਼ ਨੇਮ ਨਾਲ ਇੱਕ ਸਮੇਂ ਤੇ ਤੂੰ ਸੁਖਮਣੀ ਸਾਹਿਬ ਦਾ ਪਾਠ ਕਰੀ ਜਾਣਾ। ਭਾਈ ਗੁਰਮੁਖ ਸਿੰਘ ਹੋਣੀ ਗਰੀਬ ਬਹੁਤ ਜੀ। ਘਰ ਕੋਈ ਆ ਜਾਏ ਨਾ ਜੀ, ਧਾਰੇ ਪੈਸੇ ਲੈ ਕੇ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ ਉਹਨੂੰ ਜੀ। ਜਦੋਂ ਰੋਜ਼ ਨੇਮ ਨਾਲ ਉਹਨਾਂ ਨੇ ਪਾਠ ਕੀਤਾ ਨਾ, ਭਜਨ ਕੀਤਾ, ਗੁਰਬਾਣੀ ਦਾ ਪ੍ਰਤਾਪ ਵਰਤਿਆ। ਪਟਿਆਲੇ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਹੈ ਨਾ, ਇੱਕ ਤੇ ਦੁੱਖ ਨਿਵਾਰਨ ਸਾਹਿਬ ਹੈ, ਇੱਕ ਹੋਰ ਹੈ ਜੀ ਲਾਗੇ ਜੀ ਮੋਤੀ ਬਾਗ ਸਾਹਿਬ। ਬੜਾ ਮਹਿੰਗਾ ਇਲਾਕਾ ਜੀ ਉਹ ਗੁਰਦੁਆਰਾ ਮੋਤੀ ਬਾਗ ਵਾਲਾ ਜੀ। ਉੱਥੇ ਉਹਨਾਂ ਦੀ ਕੋਠੀ 'ਚ ਹੈ ਜੀ। ਹਾਂਜੀ, ਤੇ ਕੋਠੀ ਵਿੱਚ ਘੁੰਮਣ ਵਾਸਤੇ ਹੀ ਗੱਡੀ ਚਾਹੀਦੀ ਹੈ ਜੀ। ਅੰਦਾਜ਼ਾ ਲਾਓ ਕਿੱਡਾ ਵੱਡਾ ਘਰ ਹੋਏਗਾ ਜੀ, ਕਿੰਨਾ ਵੱਡਾ ਘਰ ਹੋਏਗਾ ਜੀ। ਉਹ ਕਿਹਦਾ ਪ੍ਰਤਾਪ ਹੈ? ਗੁਰਬਾਣੀ ਦਾ ਪ੍ਰਤਾਪ ਹੈ। ਸਿੱਖ ਕਹਿੰਦੇ ਮਹਾਰਾਜ ਸਾਡੇ ਤੇ ਮਿਹਰ ਕਰੋ, ਸਾਡੇ ਮਨਾਂ ਵਿੱਚ ਗੁਰਬਾਣੀ ਵਸ ਜਾਵੇ, ਇਹਦਾ ਪ੍ਰਤਾਪ ਵਸ ਜਾਵੇ, ਮਹਿਮਾ ਵਸ ਜਾਵੇ। ਸੁਨ ਪ੍ਰਸੰਨ ਭੇ ਸ਼੍ਰੀ ਹਰਿ ਰਾਏ। ਜਦੋਂ ਉਹਨਾਂ ਨੇ ਇੰਨੀ ਚੰਗੀ ਗੱਲ ਕੀਤੀ ਤੇ ਗੁਰੂ ਹਰਿ ਸਾਹਿਬ ਜੀ ਕੀ ਹੋਏ? ਖੁਸ਼ ਹੋ ਗਏ ਮਹਾਰਾਜ ਉਹਨਾਂ ਤੇ ਜੀ। ਦੀਨਸ ਬਰ ਬਾਣੀ ਭੈ ਭਾਏ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਵਰ ਦਿੱਤਾ ਜੀ ਉਹਨਾਂ ਨੂੰ।
ਗੁਰ ਉਪਦੇਸ਼ ਜਾਹੇ ਮਨ ਲਾਗਾ, ਕੋਟ ਜਨਮ ਕੋ ਸੋਵਤ ਜਾਗਾ। ਮਹਾਰਾਜ ਕਹਿਣ ਲੱਗੇ ਅੱਜ ਤੋਂ ਬਾਅਦ ਤੁਹਾਡੇ ਮਨ ਵਿੱਚ ਗੁਰਬਾਣੀ ਦਾ ਗੁਰੂ ਕਿਰਪਾ ਕਰੇ ਭੈ ਪੈਦਾ ਹੋਵੇ ਜੀ। ਬਸ ਫਿਰ ਉਹਨਾਂ ਦਾ ਸੁੱਤਾ ਹੋਇਆ ਮਨ ਜਾਗ ਗਿਆ। ਮਨ ਜਾਗੇ ਦੀ ਨਿਸ਼ਾਨੀ ਉਹਨਾਂ ਨੂੰ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪਈ ਜੀ। ਵਾਹਿਗੁਰੂ। ਇਸ ਕਰਕੇ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਮਿਹਰ ਕਰਨ। ਅੱਜ ਗੁਰੂ ਜੀ ਦਾ ਗੁਰਪੁਰਬ ਹੈ। ਵੱਧ ਤੋਂ ਵੱਧ ਗੁਰਬਾਣੀ ਦਾ ਭੈ ਕਰਿਆ ਕਰੀਏ, ਸਤਿਕਾਰ ਕਰਿਆ ਕਰੀਏ। ਗੁਰਬਾਣੀ ਦਾ ਭੈ ਤੇ ਸਤਿਕਾਰ ਕਰਨ ਵਾਲੇ ਨੂੰ ਕੋਈ ਕਮੀ ਨਹੀਂ ਰਹਿੰਦੀ ਜੀ। ਜਾਪ ਭਜਨ ਪਾਠ ਕਰਨ ਵਾਲੇ ਦੇ ਵਕਾਰ ਦੂਰ ਹੁੰਦੇ, ਕੋਈ ਕਮੀ ਨਹੀਂ ਰਹਿੰਦੀ ਜੀ। ਮਹਾਰਾਜ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ ਸਾਡੇ ਤੇ। ਆਓ ਸਾਰੇ ਪਿਆਰ ਨਾਲ ਜਪੋ ਬਾਣੀ। ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਸਾਰੇ ਕੋਈ ਰਸਨਾ ਮਾਂਝੀ ਨਾ ਰਹੇ। ਗੁਰੂ ਹਰਿ ਰਾਏ ਸਾਹਿਬ ਕਹਿ ਰਹੇ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਮਿਹਰ ਕਰੇ। ਇਹ ਕਥਾ ਕੋਈ ਵੀ ਅਪਣਾ ਸਕਦਾ ਹੈ ਜਿਹਦੇ ਤੇ ਮਿਹਰ ਹੋ ਜਾਏ। ਬਾਣੀ ਦਾ ਸਤਿਕਾਰ ਕਰਿਆ ਕਰੋ, ਬਾਣੀ ਨਾਲ ਪਿਆਰ ਕਰਿਆ ਕਰੋ। ਜ਼ਿੰਦਗੀਆਂ ਬਦਲ ਜਾਂਦੀਆਂ ਜੀ, ਜ਼ਿੰਦਗੀਆਂ ਬਦਲ ਜਾਂਦੀਆਂ। ਬੰਦਾ ਛੋਟੀ ਛੋਟੀ ਗੱਲ ਵਾਸਤੇ ਧੱਕੇ ਖਾਂਦਾ ਫਿਰਦਾ ਜੀ, ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜੀ। ਬਾਣੀ ਪੜ੍ਹ ਕੇ ਵੇਖੋ, ਇਹੋ ਜਿਹੀ ਗੱਲ ਹੀ ਕੋਈ ਨਹੀਂ ਹੈਗੀ ਜਿਹੜੀ ਤੁਹਾਡੀ ਪੂਰੀ ਨਹੀਂ ਹੋਏਗੀ ਜੀ। ਕਿਉਂ? ਗੁਰਬਾਣੀ ਆਪ ਰੱਬ ਹੈ ਜੀ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਿਓ। ਗੁਰਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ, ਬਹੁਤ ਬਹੁਤ ਵਧਾਈ। ਹੁਣ ਸਾਰਿਆਂ ਨੇ ਹੁਕਮਨਾਮੇ ਤੋਂ ਬਾਅਦ ਜਲ ਪਾਣੀ ਛਕਣਾ। ਸਾਰੇ ਜਲ ਪਾਣੀ ਛਕ ਕੇ ਜਾਣ ਦੀ ਕਿਰਪਾਲਤਾ ਕਰਿਓ। ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਹੋਵੇ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।